ਸੋ ਪੰਦੇਰ ਸਾਹਿਬ, ਹੁਣ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦਾ ਅਗਲਾ ਮੁੱਖ ਮੰਤਰੀ ਕੌਣ ਹੋਏਗਾ ਇਹਦਾ ਫੈਸਲਾ ਕਹਿੰਦੇ ਲੋਕਾਂ ਨੇ ਕਰਨਾ, ਕਾਂਗਰਸ ਦੀ ਹਾਈ ਕਮਾਂਡ ਨੇ ਨਹੀਂ ਕਰਨਾ। ਵਾਸੂ ਜੀ, ਨਵਜੋਤ ਸਿੱਧੂ ਨੇ ਮਹਾਰਤ ਕਰ ਲਈ ਹੈ ਕਿ ਕਿਸ ਤਰ੍ਹਾਂ ਖਬਰਾਂ ਦੇ ਵਿੱਚ ਰਹਿਣਾ, ਔਰ ਉਸ ਦੇ ਵਾਸਤੇ ਚਾਹੇ ਉਹਨਾਂ ਨੂੰ ਆਪਣੀ ਹੀ ਪਾਰਟੀ ਹਾਈ ਕਮਾਂਡ ਦੇ ਵਾਸਤੇ ਵੀ ਕੋਈ ਪਰੇਸ਼ਾਨੀ ਖੜੀ ਕਰਨੀ ਪਵੇ, ਉਹ ਉਹਦੇ ਗੁਰੇਜ਼ ਨਹੀਂ ਕਰਦੇ ਜੀ। ਕੱਲ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ। ਇਹ ਸੰਦਰਭ ਦੱਸਣਾ ਜ਼ਰੂਰੀ ਆ ਕਿ ਕੱਲ ਅਸੀਂ ਇਹ ਵੀ ਸਾਂਝਾ ਕੀਤਾ ਸੀ, ਇੱਕ ਸਰਵੇ ਆਇਆ ਸੀ ABP ਸੀ ਵੋਟਰ ਦਾ, ਜਿਹਦੇ ਚ ਸਾਰੇ ਅਸੀਂ ਸਰੋਤਿਆਂ ਦੇ ਨਾਲ ਉਹਦੇ ਆંકੜੇ ਸਾਂਝੇ ਕੀਤੇ ਸੀ। ਔਰ ਨਵਜੋਤ ਸਿੱਧੂ ਨੇ ਕਾਫੀ ਦੇਰ ਇਹ ਜਿਹੜਾ ਹੈਗਾ ਐਮਫਸਾਈਜ਼ ਕਰਦੇ ਰਹੇ ਆ ਕਿ ਆਉਣ ਵਾਲੇ ਚੁਣਾਵ ਦੀਆਂ ਜਿਹੜੀਆਂ ਚੋਣਾਂ ਨੇ, ਉਹਨਾਂ ਦੀਆਂ ਜਿਹੜੀਆਂ ਟਿਕਟਾਂ ਨੇ ਉਹ ਵਿਨੇਬਿਲਿਟੀ ਕ੍ਰਾਈਟੇਰੀਆ ਦਿੱਤਾ ਜਾਊਗਾ, ਔਰ ਉਹਦੇ ਚ MLA ਵੀ ਆਪਣੀਆਂ ਸੀਟਾਂ ਗਵਾ ਸਕਦੇ ਨੇ ਜੀ। ਇਹਦੇ ਨਾਲ ਪਾਰਟੀ 'ਚ ਬੜਾ ਹੜਕੰਪ ਮਚਿਆ। ਸੋ ਹੁਣ ਜਿਹੜਾ ਸਰਵੇ ਨੂੰ ਅਗਰ ਮੰਨਿਆ ਜਾਵੇ, ਜੇ ਆਸ-ਪਾਸ ਵੀ ਕਿਸੇ ਪਾਸੇ ਵੀ ਹੈ, ਤਾਂ ਫਿਰ ਜਿਹੜੀ ਚਰਨਜੀਤ ਚੰਨੀ ਦੀ ਵਿਨੇਬਿਲਿਟੀ ਆ ਬਤੌਰ CM, ਉਹ ਨਵਜੋਤ ਸਿੱਧੂ ਨਾਲੋਂ ਹੁਣ ਕਿਤੇ ਜ਼ਿਆਦਾ ਮੰਨੀ ਜਾ ਰਹੀ ਹੈ। ਸੋ ਇਹਦੇ ਨਾਲ ਕੁਝ ਲੈਵਲ ਦੇ ਉੱਤੇ ਤਾਂ ਨਵਜੋਤ ਸਿੱਧੂ ਜਿਹੜੇ ਹੈਗੇ ਕੁਝ ਘਬਰਾਏ ਵੀ ਹੋਏ ਆ, ਬਾਡੀ ਲੈਂਗੁਏਜ ਉਹਨਾਂ ਦੀ ਨਜ਼ਰ ਆ ਰਹੀ ਹੈ। ਪਿੱਛੇ ਜੇ ਉਹਨਾਂ ਨੇ ਕਈ ਜਰਨਲਿਸਟਾਂ ਦੇ ਨਾਲ ਵੀ ਤੂ ਤੜਾਕ ਕੀਤੀ ਹੈ ਜੀ। ਬਹੁਤ ਸਾਰੇ ਜਿਹੜੇ ਮੰਤਰੀ ਜਿਹੜੇ ਹੈਗੇ ਪੰਜਾਬ ਸਰਕਾਰ ਦੇ, ਉਹ ਵੀ ਪਰੇਸ਼ਾਨ ਨੇ। ਪਿੱਛੇ ਜੇ ਉਹਨਾਂ ਨੇ ਹਾਈ ਕਮਾਂਡ ਦੇ ਨਾਲ ਵੀ ਗੱਲ ਕੀਤੀ ਸੀ ਕਿ ਨਵਜੋਤ ਸਿੱਧੂ ਦੀ ਜਿਹੜੀ ਕਾਰਜਸ਼ੈਲੀ ਆ, ਬੋਲ ਬਾਣੀ ਆ, ਉਹ ਕਈ ਵਾਰੀ ਜਿਹੜੀ ਬਹੁਤ ਹੀ ਭੱਦੀ ਸ਼ਬਦਾਵਲੀ ਦਾ ਵੀ ਇਸਤੇਮਾਲ ਕਰ ਜਾਂਦੇ ਆ। ਸੋ ਉਹ ਸਾਰੀ ਹਾਈ ਕਮਾਂਡ ਕੋਲੇ ਗੱਲ ਪਹੁੰਚੀ ਸੀ ਜੀ। ਪਰ ਕੱਲ ਜਿਹੜੀ ਪ੍ਰੈਸ ਕਾਨਫਰੰਸ ਕੀਤੀ, ਉਹਦੇ ਵਿੱਚ ਬੇਸ਼ੱਕ ਪ੍ਰੈਸ ਕਾਨਫਰੰਸ ਤਾਂ ਇਸ ਲਈ ਸੱਦੀ ਸੀ ਕਿ ਪੰਜਾਬ ਮਾਡਲ ਦੱਸਣਾ ਕਿ ਉਹਦੇ ਵਿੱਚ ਜਿਹੜੀ ਆਮਦਨੀ ਆ ਦੇ ਸਰੋਤ ਕਿਸ ਤਰ੍ਹਾਂ ਵਧਣਗੇ, ਕਿਸ ਤਰ੍ਹਾਂ ਰੇਤ ਦਾ ਜਿਹੜਾ ਵਪਾਰ ਆ ਉਹਦਾ ਕਾਰਪੋਰੇਸ਼ਨ ਬਣੇਗਾ, ਸ਼ਰਾਬ ਦੇ ਵਪਾਰ ਦੀ ਕਾਰਪੋਰੇਸ਼ਨ ਬਣੇਗੀ, ਈਵਨ ਜਿਹੜੀ ਕੇਬਲ ਨੈਟਵਰਕ ਆ ਉਹਦੇ ਵਿੱਚੋਂ ਕਿਸ ਤਰ੍ਹਾਂ ਜਿਹੜਾ ਹੈਗਾ ਮਾਲੀਆ ਵਸੂਲ ਕੀਤਾ ਜਾਵੇ ਤਾਂ ਕਿ ਜਿਹੜਾ ਸਟੇਟ ਐਕਸਚੈਕਰ ਆ ਉਹਨੂੰ ਫਾਇਦਾ ਹੋ ਸਕੇ। ਪਰ ਇੱਕ ਸਵਾਲ ਸੀਗਾ ਜਿਹਦੇ 'ਚ ਸੁਨੀਲ ਜਾਖੜ ਉਹਨਾਂ ਦਾ ਹਵਾਲਾ ਦਿੰਦੇ ਹੋਏ ਕਿਸੇ ਪੱਤਰਕਾਰ ਨੇ ਜਦੋਂ ਉਹਨਾਂ ਨੂੰ ਪੁੱਛਿਆ ਕਿ ਉਹਦੇ ਵਿੱਚ ਜੁਆਇੰਟ ਲੀਡਰਸ਼ਿਪ ਦੀ ਗੱਲ ਸੁਨੀਲ ਜਾਖੜ ਨੇ ਕੀਤੀ ਸੀ, ਜੋ ਮੇਰੇ ਹਿਸਾਬ ਦੇ ਨਾਲ ਨਵਜੋਤ ਸਿੱਧੂ ਦੇ ਹੱਕ ਦੀ ਹੈ ਕਿ ਜੁਆਇੰਟ ਲੀਡਰਸ਼ਿਪ ਦੇ ਵਿੱਚ ਜਿਹੜੀ ਹੈ ਇਹ ਜਿਹੜੀ ਇਲੈਕਸ਼ਨ ਲੜੀ ਜਾਊਗੀ, ਉਸ ਤੋਂ ਬਾਅਦ ਇਹ ਫੈਸਲਾ ਹੋਊਗਾ। ਤੇ ਇਹਦੇ ਉੱਤੇ ਕਾਫੀ ਜਿਹਨੂੰ ਕਹਿੰਦੇ ਤਲਖ ਅੰਦਾਜ਼ ਦੇ ਨਾਲ ਨਵਜੋਤ ਸਿੱਧੂ ਨੇ ਕਿਹਾ, ਹਾਈ ਕਮਾਂਡ ਕੌਣ ਹੁੰਦੀ ਆ ਫੈਸਲਾ ਕਰਨ ਵਾਲੀ? ਇਹ ਤਾਂ ਫੈਸਲਾ ਕੌਣ ਚੀਫ ਮਿਨਿਸਟਰ ਹੋਊਗਾ ਲੋਕ ਕਰਨਗੇ। ਪਰ ਫਿਰ ਵੀ ਗੱਲ ਜਿਹੜੀ ਸੁਨੀਲ ਜਾਖੜ ਵਾਲੀ ਆ, ਉਸੇ ਗੱਲ ਨੂੰ ਉਹਨਾਂ ਨੇ ਦੁਹਰਾ ਦਿੱਤਾ ਕਿ ਜਿਹੜੇ ਲੋਕ ਨੇ ਉਹ MLA ਨੂੰ ਜਿਤਾਉਣਗੇ, MLA ਫਿਰ ਫੈਸਲਾ ਕਰਨਗੇ ਕਿ ਅਗਲਾ ਜਿਹੜਾ ਮੁੱਖ ਮੰਤਰੀ ਕੌਣ ਹੋਊਗਾ। ਤੇ ਪਰ ਨਵਜੋਤ ਸਿੱਧੂ ਨੇ ਇਹਦੇ ਵਿੱਚ ਕਾਫੀ ਇਹ ਗੱਲ ਜ਼ਰੂਰ ਕਰਤੀ ਕਿ ਉਹਨਾਂ ਨੂੰ ਬੜਾ ਕੌਨਫੀਡੈਂਸ ਹੈ ਕਿ ਅਗਲੀ ਸਰਕਾਰ ਕਾਂਗਰਸ ਦੀ ਹੋਊਗੀ। ਸੋ ਇਹਦੇ ਵਿੱਚ ਜਿਹੜਾ ਪਹਿਲਾਂ ਵੀ ਨਵਜੋਤ ਸਿੱਧੂ ਆਪਣੀ ਪਾਰਟੀ ਹਾਈ ਕਮਾਂਡ ਨੂੰ ਯਾਦ ਹੋਣਾ ਕਿ ਇੱਕ ਵਾਰੀ ਸਾਡੇ ਸਰੋਤਿਆਂ ਨੂੰ ਯਾਦ ਹੋਣਾ, ਇੱਕ ਫੰਕਸ਼ਨ 'ਚ ਐਡਰੈਸ ਕਰਦੇ ਹੋਏ ਉਹਨਾਂ ਨੇ ਕਿਹਾ ਸੀ ਵੀ ਮੈਂ ਇੱਕ ਸ਼ੋਅ ਪੀਸ ਦੀ ਤਰ੍ਹਾਂ ਨਹੀਂ ਰਹੂੰਗਾ, ਤੇ ਜੇ ਮੈਨੂੰ ਵਰਤ ਕੇ ਸਿੱਟਣ ਦੀ ਕੋਸ਼ਿਸ਼ ਕੀਤੀ ਗਈ ਤਾਂ ਮੈਂ ਇੱਟ ਨਾਲ ਇੱਟ ਵਜਾ ਦਿਆਂਗਾ। ਸੋ ਉਹ ਜਿਹੜਾ ਟ੍ਰੈਂਡ ਹੈ ਅਸੀਂ ਇਹ ਦੇਖ ਸਕਦੇ ਹਾਂ ਕਿ ਨਵਜੋਤ ਸਿੱਧੂ ਦਾ ਹਾਲੇ ਵੀ ਬਾਦਸਤੂਰ ਜਾਰੀ ਹੈ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਇਸ ਤਰ੍ਹਾਂ ਦੇ ਬਿਆਨ ਨੇ ਜੀ, ਇਹਦੇ ਨਾਲ ਵਿਰੋਧੀ ਪਾਰਟੀ ਨੂੰ ਤਾਂ ਕੀ ਫਾਇਦਾ ਹੋਣਾ ਮੈਨੂੰ ਨਹੀਂ ਪਤਾ, ਵਿਰੋਧੀਆਂ ਨੂੰ ਕਾਫੀ ਹੱਦ ਤੱਕ ਫਾਇਦਾ ਹੋਏਗਾ। ਵਿਰੋਧੀ ਜਿਹੜੀ ਹੈਗੀ ਪਾਰਟੀ ਆਲਰੇਡੀ ਬੈਕਫੁੱਟ ਤੇ ਕਈ ਇਸ਼ੂਜ਼ ਦੇ ਉੱਤੇ। CM ਚਿਹਰੇ ਦੇ ਬਾਰੇ ਬਹੁਤ ਜਿਹੜੇ ਹੈਗੇ ਮੀਡੀਆ ਵੱਲੋਂ ਸਵਾਲ ਉਠਾਏ ਜਾ ਰਹੇ ਆ, ਪਾਰਟੀ ਵਰਕਰਜ਼ ਵੱਲੋਂ ਸਵਾਲ ਉਠਾਏ ਜਾ ਰਹੇ ਆ, ਕਿਉਂਕਿ ਜਿਹੜਾ ਦੂਸਰਾ ਖੇਮਾ ਹੈਗਾ ਚਰਨਜੀਤ ਚੰਨੀ ਦਾ, ਉਹ ਵੀ ਕਾਫੀ ਜਿਹੜਾ ਰੈਸਟਲੈਸ ਕਹਿ ਸਕਦੇ ਆ, ਉਹ ਵੀ ਕਿ ਚਰਨਜੀਤ ਚੰਨੀ ਨੂੰ ਜਲਦੀ ਤੋਂ ਜਲਦੀ CM ਚਿਹਰਾ ਅਨਾਉਂਸ ਕੀਤਾ ਜਾਵੇ ਤਾਂ ਕਿ ਸ਼ਡਿਊਲ ਕਾਸਟ ਵੋਟਾਂ ਜਿਹੜੀਆਂ ਹੈਗੀਆਂ ਜਾਂ ਹੋਰ ਰਿਜ਼ਰਵਡ ਕੈਟੇਗਰੀ ਦੀਆਂ ਵੋਟਾਂ ਨੇ ਉਹਨਾਂ ਦੇ ਉੱਤੇ ਪਾਰਟੀ ਆਪਣਾ ਕਬਜ਼ਾ ਕਰ ਸਕੇ ਜੀ। ਸਰਬਜੀਤ ਜੀ, ਹੁਣ ਬਿਕਰਮ ਮਜੀਠੀਆ ਨੇ ਇਹ ਮੀਡੀਆ ਨਾਲ ਗੱਲ ਕਰਦੇ ਹੋਏ ਇਹ ਬਿਆਨ ਜਾਰੀ ਕੀਤਾ, ਕਹਿੰਦੇ ਕਿ ਜੇਕਰ ਪੰਜਾਬ ਦੇ ਲੋਕ ਚਾਹੁਣ ਜਾਂ ਫਿਰ ਉਹਨਾਂ ਨੂੰ ਪਾਰਟੀ ਲੀਡਰਸ਼ਿਪ ਵੱਲੋਂ ਹੁਕਮ ਦਿੱਤਾ ਜਾਵੇ ਤਾਂ ਕਹਿੰਦੇ ਉਹ ਨਵਜੋਤ ਸਿੱਧੂ ਦੇ ਖਿਲਾਫ ਇਲੈਕਸ਼ਨ ਲੜਨ ਲਈ ਵੀ ਬਿਲਕੁਲ ਤਿਆਰ ਨੇ।
ਸਾਡੇ ਸਰੋਤਾਂ ਨੂੰ ਪਤਾ ਹੋਵੇਗਾ ਕਿ ਬਿਕਰਮ ਮਜੀਠੀਆ ਉਹਨਾਂ ਨੂੰ ਪਿਛਲੇ ਦਿਨੀ ਕੱਲ ਪਰਸੋਂ ਜਿਹੜੀ ਹੈਗੀ ਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਅਗਾਊਂ ਜ਼ਮਾਨਤ ਦਿੱਤੀ ਗਈ ਹੈ। ਜਿਹੜਾ ਡਰੱਗ ਕੇਸ ਆ ਉਹਦੇ ਵਿੱਚ ਜਿਹੜੀ FIR ਕੋਈ 23-24 ਦਿਨ ਪਹਿਲਾਂ ਰਜਿਸਟਰ ਹੋਈ ਸੀ, ਉਹਦੇ 'ਚ ਹਾਈ ਕੋਰਟ ਵੱਲੋਂ ਜ਼ਮਾਨਤ ਮਿਲਣ ਤੋਂ ਬਾਅਦ ਕੋਈ 22 ਦਿਨ ਕਹਿ ਲਓ, 25 ਦਿਨ ਕਹਿ ਲਓ ਕਿ ਬਿਕਰਮ ਮਜੀਠੀਆ ਉਸ ਤੋਂ ਬਾਅਦ ਪ੍ਰੈਸ ਦੇ ਰੂਬਰੂ ਹੋਏ ਤੇ ਉਹਦੇ ਵਿੱਚ ਇੱਕ ਸਵਾਲ ਦਾ ਜਵਾਬ ਉਹਨਾਂ ਨੇ ਇਹ ਜ਼ਰੂਰ ਦਿੱਤਾ ਕਿ ਲੋਕੀ ਜਦੋਂ ਤੁਹਾਨੂੰ ਅੰਦਰ ਸੀਗੇ ਉਦੋਂ ਤੁਹਾਡੇ ਜਿਹੜੇ ਸਪੋਰਟਰ ਨੇ ਉਹਨਾਂ ਨੇ ਪਾਰਟੀ ਹਾਈ ਕਮਾਂਡ ਦੇ ਉੱਤੇ ਕਾਫੀ ਪ੍ਰੈਸ਼ਰ ਪਾਇਆ ਕਿ ਜਿਹੜਾ ਬਿਕਰਮ ਮਜੀਠੀਆ ਨੂੰ ਨਵਜੋਤ ਸਿੱਧੂ ਦੇ ਖਿਲਾਫ ਅੰਮ੍ਰਿਤਸਰ ਦੇ ਵਿੱਚ ਕੰਟੈਸਟ ਕਰਾਉਣਾ ਚਾਹੀਦਾ ਤੇ ਕਿਉਂਕਿ ਕਦਾਵਰ ਨੇਤਾ ਨੇ, ਪਲੈਨਰ ਨੇ, ਫਲਾਣਾ, ਤੇ ਉਹ ਕਹਿੰਦੇ ਬੜਾ ਆਪਣਾ ਨਾਟਕੀ ਅੰਦਾਜ਼ ਦੇ ਵਿੱਚ ਉਹਨਾਂ ਨੇ ਕਿਹਾ ਵੀ ਮੈਂ ਕੋਈ ਜਿਹੜਾ ਪਾਰਟੀ ਦਾ ਵੱਡਾ ਲੀਡਰ ਨਹੀਂ ਹੈਗਾ, ਮੈਂ ਇੱਕ ਫੁੱਟ ਸੋਲਜਰ ਹਾਂ, ਜੋ ਪਾਰਟੀ ਹੁਕਮ ਕਰੂਗੀ ਮੈਂ ਉਹਦਾ ਹੀ ਪਾਲਣਾ ਕਰੂੰਗਾ, ਔਰ ਜੇ ਪਾਰਟੀ ਇਹ ਹੁਕਮ ਕਰੇਗੀ ਕਿ ਆਪਣੇ ਨਵਜੋਤ ਸਿੱਧੂ ਦੇ ਖਿਲਾਫ ਜਿਸ ਨੂੰ ਉਹ ਬੜੇ ਜਿਹਨੂੰ ਤੰਜ ਭਰੇ ਅੰਦਾਜ਼ ਦੇ ਨਾਲ ਕਹਿੰਦੇ ਹੁੰਦੇ ਆ ਠੋਕੋ ਤਾਲੀ, ਤੇ ਉਹਨਾਂ ਦੇ ਖਿਲਾਫ ਮੈਂ ਚੁਣਾਵ ਲੜਨ ਨੂੰ ਤਿਆਰ ਹਾਂ। ਪਾਰਟੀ ਜਿੱਥੇ ਵੀ 117 ਸੀਟਾਂ ਦੇ ਉੱਤੇ ਕਿਤੇ ਵੀ ਮੈਨੂੰ ਖੜਾ ਕਰੇ ਮੈਂ ਉੱਥੇ ਤਿਆਰ ਹਾਂ। ਸੋ ਇੱਕ ਤਾਂ ਇਹ ਗੱਲ ਕੀਤੀ। ਦੂਸਰਾ ਬੜਾ ਉਹਨਾਂ ਨੇ ਜ਼ਬਰਦਸਤ ਤਰੀਕੇ ਦੇ ਨਾਲ ਇੱਕ ਇਲਜ਼ਾਮ ਲਗਾਇਆ ਕਿ ਜਿਹੜੀ ਪਿਛਲੇ ਦਿਨੀ ਪ੍ਰਧਾਨ ਮੰਤਰੀ ਮੋਦੀ ਦੀ ਜਿਹੜੀ ਗੱਡੀ ਪਿਆਰਾਣੇ ਪਿੰਡ ਦੇ ਕੋਲੇ 20 ਮਿੰਟ ਇੱਕ ਪੁਲ ਤੇ ਫਸੀ ਰਹੀ, ਉਹਦਾ ਉਹਨਾਂ ਨੇ ਸਿੱਧੇ ਦਾ ਸਿੱਧਾ ਉਹਨਾਂ ਨੇ ਕਿਹਾ ਕਿ ਜੀ ਇਹ ਅੰਬੈਰਸ ਕਰਨ ਦੀ ਇੱਕ ਸਾਜ਼ਿਸ਼ ਘੜੀ ਗਈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ, ਗ੍ਰਹਿ ਮੰਤਰੀ ਔਰ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਔਰ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਉਹਨਾਂ ਨੇ ਇੱਕ ਸਾਜ਼ਿਸ਼, ਔਰ ਇਹ ਉਹਨਾਂ ਨੇ ਕਿਹਾ ਜਿਹੜੀ ਸਾਜ਼ਿਸ਼ ਸੀ ਇਹ ਚੀਫ ਮਿਨਿਸਟਰ ਆਫਿਸ 'ਚੋਂ ਹੀ ਘੜੀ ਗਈ ਔਰ ਜਾਣ ਬੁੱਝ ਕੇ ਜਿਹੜਾ ਸੀ DGP ਸਿਧਾਰਥ ਚਟੋਪਾਧਿਆਏ ਨੂੰ ਵਰਤ ਕੇ ਉਹਨਾਂ ਨੇ ਇਸ ਨੂੰ ਅੰਜਾਮ ਦਿੱਤਾ ਤੇ ਉਹਦੇ ਵਿੱਚ ਜਿਹੜੀ ਇਹਦੇ 'ਚ ਸਿਆਸਤ ਦਿਖਾਉਣ ਦੀ ਕੋਸ਼ਿਸ਼ ਕੀਤੀ ਆ, ਜਿਹੜਾ ਹੈਗਾ ਪੰਜਾਬ ਨੂੰ ਕਿਸੇ ਲੈਵਲ ਦੇ ਉੱਤੇ ਉਹਦੇ 'ਚੋਂ ਜਿਹਨੂੰ ਕਹਿੰਦੇ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਬਿਕਰਮ ਮਜੀਠੀਆ ਦਾ ਇਹ ਕਹਿਣਾ ਸੀ ਕਿ ਗੱਲ ਨਰਿੰਦਰ ਮੋਦੀ ਦੀ ਨਹੀਂ ਹੈ, ਗੱਲ ਪ੍ਰਧਾਨ ਮੰਤਰੀ ਦੇ ਸੰਵਿਧਾਨਕ ਅਹੁਦੇ ਦੀ ਹੈ ਕਿ ਜਿਹੜਾ ਮੋਸਟ ਪ੍ਰੋਟੈਕਟਡ ਪਰਸਨ ਜਿਹੜਾ ਦੇਸ਼ ਦਾ ਵਾ ਉਸ ਦਾ ਨਾਲ ਅਗਰ ਇਹੋ ਜਿਹੀ ਗੱਲ ਹੁੰਦੀ ਆ ਤਾਂ ਸਾਰੇ ਦੇਸ਼ ਨੂੰ ਇੰਟਰਨੈਸ਼ਨਲ ਲੈਵਲ ਤੇ ਸ਼ਰਮਸ਼ਾਰ ਹੋਣਾ ਪੈਂਦਾ। ਉਹਨਾਂ ਨੇ ਚੈਲੰਜ ਕੀਤਾ ਕਿ ਨਵਜੋਤ ਸਿੱਧੂ, ਚਰਨਜੀਤ ਚੰਨੀ ਔਰ ਸੁਖਜਿੰਦਰ ਰੰਧਾਵਾ ਉਹ ਇਹ ਇੱਕ ਵਾਰੀ ਦਾ ਦੱਸ ਦੇਣ ਕਿ ਉਹਨਾਂ ਦੀ ਆਪਣੀਆਂ ਗੱਡੀਆਂ ਕਦੇ 20 ਮਿੰਟ ਵਾਸਤੇ ਕਿਤੇ ਜਗ੍ਹਾ ਤੇ ਰੋਕੀਆਂ ਗਈਆਂ। ਸੋ ਉਹਨਾਂ ਨੇ ਇਹ ਕਿਹਾ ਕਿ ਜੇ ਇਹ ਕਹਿਣਾ ਕਿ ਜੀ ਸਾਰੀ ਇਹ ਬਈ ਅਚਾਨਕ ਹੋ ਗਿਆ, ਸਾਰਾ ਕੁਝ ਹੋ ਗਿਆ, ਉਹਨੂੰ ਨਿਰਾਧਾਰ ਕਿਹਾ ਕਿ ਔਰ ਉਹਨਾਂ ਨੇ ਕਿਹਾ ਸਿਕਿਉਰਿਟੀ ਲੈਪਸ ਨਹੀਂ, ਇਹ ਇੱਕ ਸਾਜ਼ਿਸ਼ ਸੀ। ਜੀ ਪੰਦੇਰ ਸਾਹਿਬ, ਹੁਣ ਟੋੜਾ ਸਾਹਿਬ ਦੇ ਦੋਤੇ ਕਰਮਵੀਰ ਸਿੰਘ ਨੇ BJP ਜੁਆਇਨ ਕਰ ਲਈ ਹੈ ਜੀ। ਵਾਸੂ ਜੀ, ਜਿੱਦਣ ਦੀ ਸਰੋਤਿਆਂ ਨੂੰ ਇੱਕ ਬੱਚਿਆਂ ਦੀ ਗੇਮ ਯਾਦ ਹੋਣੀ ਹੈ, ਮਿਊਜ਼ੀਕਲ ਚੇਅਰਸ, ਜਿਹਦੇ ਵਿੱਚ ਮਿਊਜ਼ਿਕ ਵੱਜਦਾ ਤੇ ਇੱਕ ਕੁਰਸੀ ਹਟਾ ਲਿੱਤੀ ਜਾਂਦੀ ਹੈ, ਬੱਚੇ ਭੱਜ ਭੱਜ ਕੇ ਕੁਰਸੀਆਂ ਬਦਲ ਕੇ ਉਹ 'ਚ ਖੇਡਦੇ ਆ। ਤੇ ਚੋਣਾਂ ਦੀ ਜਿਹੜੀ ਇਲੈਕਸ਼ਨਾਂ ਦਾ ਜਿਹੜਾ ਮਾਹੌਲ ਆ ਉਹ ਮਿਊਜ਼ਿਕ ਵੱਜ ਰਿਹਾ ਤੇ ਪੋਲੀਟੀਸ਼ੀਅਨ ਨੇ ਆਪਣੀਆਂ ਕੁਰਸੀਆਂ ਬਦਲਣ ਤੇ ਪਾਰਟੀਆਂ ਬਦਲਣ ਦੇ ਉੱਤੇ ਇੰਨੀ ਤੇਜ਼ੀ ਫੜੀ ਹੋਈ ਹੈ। ਪਿਛਲੇ ਦਿਨੀ ਤੁਸੀਂ ਯਾਦ ਹੋਣਾ ਕਿ ਪੰਜਾਬ ਦੇ ਜਿਹੜੇ ਸਾਬਕਾ ਮੰਤਰੀ ਸੀਗੇ ਰਾਣਾ ਸੋਢੀ, ਉਹ ਆਪਣੀ ਪਾਰਟੀ ਛੱਡ ਕੇ BJP 'ਚ ਚਲੇ ਗਏ। ਅਕਾਲੀ ਦਲ ਦੇ ਸਿਰਕੱਢ ਨੇਤਾ ਮਨਜਿੰਦਰ ਸਿਰਸਾ, ਜਿਨ੍ਹਾਂ ਨੇ ਕਾਫੀ ਜਿਹੜੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹਿਮ ਰੋਲ ਸੀ, ਉਹ ਵੀ ਚਲੇ ਗਏ। ਪਰ ਹੁਣ ਤਾਂ ਕਮਾਲ ਇਹ ਹੋ ਗਈ ਕਿ ਪੰਥ ਰਤਨ ਔਰ ਰਿਕਾਰਡ ਹਾਸਲ ਜਿਨ੍ਹਾਂ ਦੇ ਕੋਲੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਤੌਰ ਪ੍ਰਧਾਨ ਰਹਿਣ ਦਾ ਸ਼ਾਇਦ 27-28 ਵਾਰੀ ਪ੍ਰਧਾਨ ਰਹੇ ਗੁਰਚਰਨ ਸਿੰਘ ਤੌੜਾ, ਉਹਨਾਂ ਦੇ ਦੋਤੇ ਕਰਨਵੀਰ ਸਿੰਘ ਤੌੜਾ, ਉਹ ਕੱਲ ਸ਼ਾਮਲ ਹੋ ਗਏ BJP ਦੇ ਵਿੱਚ। ਕਾਂਗਰਸ ਦੇ ਸਾਬਕਾ MLA ਔਰ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਹੀ ਨਜ਼ਦੀਕੀ ਸਮਝੇ ਜਾਂਦੇ ਸੰਗਰੂਰ ਤੋਂ ਇੱਕ ਇੰਡਸਟਰੀਲਿਸਟ ਨੇ ਪਿੱਛੇ ਜਿਹੜਾ ਆਇਲ ਫॉर ਫੂਡ ਸਕੈਮ ਸੀ ਇਰਾਕ ਦੇ ਵਿੱਚ ਜਿਹੜਾ ਸੀ, ਉਹਦੇ ਵਿੱਚ ਨਾਮਜ਼ਦ ਹੋਏ ਸੀ। ਅਰਵਿੰਦ ਖੰਨਾ, ਉਹਨਾਂ ਦਾ ਪਰਿਵਾਰ ਇਹਦੇ ਵਿੱਚ ਨਾਮਜ਼ਦ ਹੋਇਆ ਸੀ ਔਰ ਉਹ ਵੀ ਸ਼ਾਮਲ ਹੋ ਗਏ। ਇੱਕ ਅਖਬਾਰ ਦੇ ਕਹਿਣ ਦੇ ਹਿਸਾਬ ਦੇ ਨਾਲ ਪੰਜਾਬ ਦੇ ਵਿੱਚੋਂ ਵੱਖ-ਵੱਖ ਪਾਰਟੀਆਂ ਚੋਂ ਕੱਲ 70 ਨੇਤਾ ਜਿਹੜੇ ਭਾਜਪਾ 'ਚ ਸ਼ਾਮਲ ਹੋਏ।
ਜੀ। ਇਹਨਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ OSD ਰਹੀ ਲਖਵਿੰਦਰ ਕੌਰ ਗਰਚਾ ਵੀ ਸ਼ਾਮਲ ਹੈ। ਔਰ ਫਿਰ ਇੱਕ ਜਿਹੜੀ ਕਮਾਲ ਦੀ ਗੱਲ ਹੈ ਜੀ ਕਿ ਅਕਾਲੀ ਦਲ ਦੇ ਲੁਧਿਆਣਾ ਤੋਂ ਜਿਹੜੇ ਯੂਥ ਕਾਂਗਰਸ ਦੇ ਪ੍ਰਧਾਨ ਸੀਗੇ ਗੁਰਦੀਪ ਗੋਸ਼ਾ, ਉਹ ਵੀ ਸ਼ਾਮਲ ਹੋ ਗਏ। ਸੋ ਇਹ ਕਾਫੀ ਦੇਖਣ ਨੂੰ ਨਜ਼ਰ ਆ ਰਿਹਾ। ਇਹ ਅੱਜ ਦੀ ਜਿਹੜੀ ਲਿਸਟ ਹੈ ਉਹਦੇ ਵਿੱਚ ਦਮਦਮੀ ਟਕਸਾਲ ਦੇ ਸਪੋਕਸ ਪਰਸਨ ਔਰ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਸਰਚੰਦ ਸਿੰਘ ਔਰ ਲੋਕ ਇਨਸਾਫ ਪਾਰਟੀ ਦੇ ਜਿਹੜੇ ਪ੍ਰਧਾਨ ਔਰ MLA ਸਿਮਰਜੀਤ ਸਿੰਘ ਬੈਂਸ ਅੱਜ ਸੋਸ਼ਲ ਮੀਡੀਆ ਦੇ ਉੱਤੇ ਇੱਥੇ ਜਿਹੜੇ ਜਿੰਨੇ ਵੀ ਗਰੁੱਪ ਨੇ ਅੱਜ ਉਹਨਾਂ ਦੇ ਉੱਤੇ ਭਰਮਾਰ ਹੈ ਕਿ ਇਹਦੇ 'ਚ ਕਿੰਨੀ ਕੁ ਸੱਚਾਈ ਹੈ। ਮੇਰੇ ਹਿਸਾਬ ਦੇ ਨਾਲ 3-4 ਘੰਟਿਆਂ 'ਚ ਜਾਂ ਉਹ ਸਾਹਮਣੇ ਆ ਜੂਗੀ। ਉਹਨਾਂ ਦੇ ਵੀ ਅੱਜ ਕੱਲ੍ਹ ਅਟਕਲਾਂ ਲੱਗ ਰਹੀਆਂ ਨੇ। ਗੌਰਵ ਜੀ, ਜਿਹੜੀ ਧਿਆਨ ਦੇਣ ਵਾਲੀ ਗੱਲ ਹੈ ਕਿ ਹਿੰਦੁਸਤਾਨ ਦੇ ਵਿੱਚ ਜਿਹੜੀ ਕੋਅਲੀਸ਼ਨ ਪੋਲਿਟਿਕਸ ਹੋਈ ਹੈ, ਜਿਹਦੇ ਵਿੱਚ ਅਲਾਇੰਸ ਬਣੇ ਪਾਰਟੀਆਂ ਦੇ ਰਲ ਕੇ ਆਪਸ ਵਿੱਚ ਕਾਮਨ ਮਿਨੀਮਮ ਪ੍ਰੋਗਰਾਮ, ਅਸੀਂ ਇਹ ਆਪਣੇ ਸਰੋਤਿਆਂ ਨਾਲ ਪਹਿਲਾਂ ਵੀ ਸਾਂਝੀ ਗੱਲ ਕਰ ਚੁੱਕੇ ਹਾਂ ਜੀ, ਗੱਲ ਸਾਂਝੀ ਕਰ ਚੁੱਕੇ ਹਾਂ। ਤੇ ਉਹ ਇਹ ਹੈ ਕਿ ਜੀ ਜਿਹੜੀ ਕੋਅਲੀਸ਼ਨ ਪੋਲਿਟਿਕਸ ਦੇ ਨਾਲ ਜਿਹੜੀਆਂ ਪਾਰਟੀ ਦੇ ਵਰਕਰਸ ਨੇ, ਨੇਤਾ ਨੇ, ਦੂਸਰੇ ਪਾਰਟੀਆਂ ਦੇ ਨਾਲ ਉਹਨਾਂ ਦਾ ਇੰਟਰੈਕਸ਼ਨ ਹੁੰਦਾ। ਤੁਸੀਂ ਆਪਣਾ ਸਿਧਾਂਤ ਤੋਂ ਥੋੜੇ ਜਿਹੇ ਪੈਰ ਪਿੱਛੇ ਨੂੰ ਖਿੱਚਦੇ ਹੋ, ਐਡਜਸਟਮੈਂਟ ਕਰਦੇ ਹੋ ਸਾਰੇ ਦੇ ਸਾਰੇ। ਉਹਦੇ ਸਦਕੇ ਇੱਕ ਤਾਂ ਉਹਦੇ ਨਾਲ ਇਹ ਹੈ ਜਿਹੜੇ ਲੀਡਰ ਨੇ ਇੱਕ ਦੂਸਰੇ ਦੀ ਪਾਰਟੀ ਦੇ ਵਿੱਚ ਜਾਣ 'ਚ ਇਹਨਾਂ ਨੂੰ ਕੋਈ ਗੁਰੇਜ਼ ਨਹੀਂ ਹੋ ਰਿਹਾ। ਦੂਸਰੇ ਪਾਸੇ ਇਹ ਹੈ ਕਿ ਜਿਹੜੀਆਂ ਪਿਛਲੇ ਲੈਵਲ ਦੇ ਪਿਛਲੇ ਸਮੇਂ ਤੋਂ ਜਿਹੜੀਆਂ ਕੌਮਾਂਤਰੀ ਤੌਰ ਦੇ ਉੱਤੇ ਜਿਹੜੀਆਂ ਨਵੀਆਂ ਆਰਥਿਕ ਨੀਤੀਆਂ ਆਈਆਂ ਨੇ ਉਹਨੇ ਵੀ ਪਾਰਟੀਆਂ ਦੇ ਵਿੱਚ ਜਿਹੜੇ ਸਿਧਾਂਤਕ ਵਖਰੇਵੇਂ ਸੀ ਉਹ ਮੱਧਮ ਕਰ ਦਿੱਤੇ, ਜਿਹਦੇ ਕਾਰਨ ਹੁਣ ਜਿਹੜੇ ਲੀਡਰਸ ਨੇ ਇਹਨਾਂ ਨੂੰ ਪਾਰਟੀ ਬਦਲਣ ਦੇ ਵਿੱਚ ਕੋਈ ਸ਼ਰਮ ਮਹਿਸੂਸ ਨਹੀਂ ਹੁੰਦੀ। ਔਰ ਕਮਾਲ ਦੀ ਗੱਲ ਤਾਂ ਇਹ ਹੈ, ਇਹ ਪਾਰਟੀ ਬਦਲ ਜਾਂਦੇ, ਲੋਕ ਇਹਨਾਂ ਨੂੰ ਵੋਟਾਂ ਵੀ ਪਾ ਦਿੰਦੇ ਆ। ਤੇ ਹੁਣ ਜਿੱਥੇ ਪੰਜਾਬ ਦੇ ਵਿੱਚ BJP ਦੇ ਵਿੱਚ ਤੁਸੀਂ ਦੱਸਿਆ ਕਿ ਬਹੁਤ ਸਾਰੇ ਲੋਕ ਸ਼ਾਮਲ ਹੋ ਰਹੇ ਨੇ, UP ਦੇ ਵਿੱਚ ਵੀ ਚੋਣਾਂ ਹੋਣੀਆਂ ਨੇ 10 ਫਰਵਰੀ ਤੋਂ 7 ਮਾਰਚ ਦਰਮਿਆਨ, ਕਹਿੰਦੇ 7 ਫੇਜ਼ਸ ਦੇ ਵਿੱਚ ਇਲੈਕਸ਼ਨ ਹੋਏਗਾ। ਉੱਥੇ ਇੱਕ ਮਿਨਿਸਟਰ ਤੇ 4 MLA BJP ਛੱਡ ਗਏ ਨੇ। ਹਾਂਜੀ, ਮਿਨਿਸਟਰ ਜਿਹੜੇ ਹੈਗੇ ਸਵਾਮੀ ਪ੍ਰਸਾਦ ਮੌਰਿਆ ਔਰ 3 ਤੋਂ 4 MLA ਜਿਹੜੇ ਹੈਗੇ ਆ BJP ਦੇ, ਉਹ ਛੱਡ ਕੇ ਉਹਨਾਂ ਨੇ ਹਾਲੇ ਇਹ ਨਹੀਂ ਪਤਾ ਕਿੱਥੇ ਜਾਣਗੇ। ਔਰ ਜਿਹੜੇ ਮੌਰਿਆ ਹੈਗੇ ਆ ਉਹਨਾਂ ਦੀਆਂ ਤਾਂ ਤਸਵੀਰਾਂ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਦੇ ਨਾਲ ਤਾਂ ਉਹਨਾਂ ਦੀਆਂ ਮਿਲ ਗਈਆਂ ਨੇ। ਤੇ ਅਖਿਲੇਸ਼ ਯਾਦਵ ਦਾ ਜਿਹੜਾ ਪ੍ਰੋਗਰਾਮ ਹੈਗਾ ਉਹ ਕਾਫੀ ਅਗਰੈਸਿਵ ਹੈ ਔਰ ਉਹ BJP ਨੂੰ UP ਦੇ ਵਿੱਚ ਕਾਫੀ ਤਕੜਾ ਜਿਹੜਾ ਇੱਕ ਚੈਲੰਜ ਪੋਜ਼ ਕਰ ਰਿਹਾ ਜੀ। ਇਹ ਕਮਾਲ ਦੀ ਗੱਲ ਇਹ ਆ ਕਿ ਜਿਹੜੀ BJP ਦਾ ਹੋਲਡ ਹੈ UP ਦੇ ਉੱਤੇ ਉਹ ਬੜਾ ਤਕੜਾ ਵਾ। ਔਰ ਜਿਹੜਾ ਉੱਥੇ ਦੇ ਜਿਹੜੇ ਮੁੱਖ ਮੰਤਰੀ ਨੇ ਆਦਿੱਤਿਆਨਾਥ ਯੋਗੀ, ਉਹ ਉਦੋਂ ਵੀ ਜਿਹੜੇ ਹੈਗੇ ਆ ਸੋਲਿਡ ਲੀਡਰ ਸਮਝ ਕੇ ਆਏ, ਸਾਹਮਣੇ ਆ ਰਹੇ ਨੇ। ਤੇ ਜਿਹੜਾ ਕੱਲ ਅਸੀਂ ਸਰਵੇ ਦੱਸ ਰਹੇ ਸੀ ਉਹਦੇ ਵਿੱਚ ਯੋਗੀ ਦੀ ਐਕਸੈਪਟੇਬਿਲਿਟੀ 43% ਦੱਸੀ ਜਾਂਦੀ ਸੀ, ਪਰ ਉਸ ਦੇ ਬਾਵਜੂਦ ਇਹ ਜਿਹੜੇ ਲੀਡਰ ਨੇ ਇਹ ਇੱਕ ਮਿਨਿਸਟਰ ਔਰ 4 MLA ਛੱਡ ਕੇ ਆਉਣ। ਔਰ ਜਿਹੜੇ ਸਵਾਮੀ ਪ੍ਰਸਾਦ ਮੌਰਿਆ ਹੈਗਾ, ਉਹਨਾਂ ਨੇ ਛੱਡਣ ਤੋਂ ਬਾਅਦ ਉੱਥੇ ਆਪਣਾ UP ਦੇ ਵਿੱਚ ਪ੍ਰੈਸ ਵਾਲਿਆਂ ਦੇ ਨਾਲ ਗੱਲ ਕਰਦੇ ਹੋਏ ਇਹ ਕਿਹਾ ਕਿ ਜਿਹੜੀਆਂ ਅਦਰ ਬੈਕਵਰਡ ਕਲਾਸਿਸ ਨੇ ਉਹਨਾਂ ਦੇ ਲੀਡਰ ਨੇ। ਪਹਿਲਾਂ ਕਿਸੇ ਟਾਈਮ ਦੇ ਉੱਤੇ ਬਹੁਜਨ ਸਮਾਜ ਪਾਰਟੀ ਨਾਲ ਵੀ ਇਹ ਰਹੇ ਆ, ਫਿਰ BJP 'ਚ ਆ ਗਏ, ਹੁਣ ਇਹ ਸ਼ਾਇਦ ਸਮਾਜਵਾਦੀ ਪਾਰਟੀ ਵੱਲ ਜੁਆਇਨ ਕਰਨਗੇ। ਸੋ ਬਈ ਕੀ ਜਿਹੜੀ ਬਦਲਾਅ ਦੇ ਰੁੱਖ ਨੇ, ਉਹ ਬਦਲਾਅ ਦੀ ਹਵਾ ਦਾ ਰੁੱਖ ਹੈ ਉਹ ਨਜ਼ਰ ਆ ਰਿਹਾ, ਜਾਂ ਫਿਰ ਜਿਹੜਾ BJP ਦਾ ਪਾਲਿਸੀ ਮੈਟਰ, ਜਿਹੜਾ ਪਾਲਿਸੀ ਪ੍ਰੋਗਰਾਮ ਹੈ, ਕਿ ਉਸ ਦੇ ਵਿੱਚ ਜਿਹੜੀਆਂ ਜਾਤ ਬਰਾਦਰੀ ਦਾ ਜਿਹੜਾ ਵਖਰੇਵਾ ਹੈ ਜਾਂ ਉਹਨੂੰ ਸਮੇਲ ਕਰਨ ਦੀ ਜਾਂ ਉਹਨੂੰ ਯੂਨੀਫਾਈ ਕਰਕੇ ਤੋੜਨ ਦੀ ਜਿਹੜੀ ਸਮਰੱਥਾ, ਉਹਦੇ ਵਿੱਚ ਕੁਝ ਡੈਂਟ ਪੈ ਰਹੇ ਆ। ਇਹ ਦੇਖਣ ਨੂੰ ਬਹੁਤ ਵੱਡੀ ਗੱਲ ਸਾਹਮਣੇ ਆ ਰਹੀ ਆ। BJP ਦਾ ਜਿਹੜਾ ਅਸੀਂ ਪਹਿਲਾਂ ਵੀ ਗੱਲ ਕਰਦੇ ਸੀ, ਕਿਸਾਨ ਅੰਦੋਲਨ ਦੇ ਵਿੱਚ ਜਿਹੜਾ BJP ਦਾ ਇੱਕ ਬਹੁਤ ਸੋਲਿਡ ਸਟਰਕਚਰ ਜਿਹੜਾ ਨਜ਼ਰ ਆ ਰਿਹਾ ਸੀ, ਉਹਦੇ ਵਿੱਚ ਬਹੁਤ ਵੱਡੀਆਂ ਤਰੇੜਾਂ ਹੁਣ ਨਜ਼ਰ ਆ ਰਹੀਆਂ ਨੇ। ਔਰ ਇਹ 2022 ਦੀਆਂ ਚੋਣਾਂ 'ਚ UP 'ਚ ਨਜ਼ਰ ਆਉਂਦੀਆਂ ਨੇ। ਕੀ ਇਹਨਾਂ ਦਾ ਅਸਰ 2024 ਦੀਆਂ ਜਿਹੜੀਆਂ ਜਿਹਨੂੰ ਤੁਸੀਂ ਕਹੋਗੇ ਫੈਡਰਲ ਇਲੈਕਸ਼ਨ ਜਾਂ ਇੱਥੇ ਨੈਸ਼ਨਲ ਇਲੈਕਸ਼ਨ ਹੋਣਗੀਆਂ, ਜਨਰਲ ਇਲੈਕਸ਼ਨ ਕਿਹਾ ਜਾਂਦਾ, ਉਹਦੇ ਵਿੱਚ ਨਜ਼ਰ ਆਏਗਾ, ਜਾਂ BJP ਇਹਨਾਂ ਤਰੇੜਾਂ ਨੂੰ ਕਵਰ ਅਪ ਕਰ ਜਾਏਗੀ? ਇਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਬੜੀ ਦਿਲਚਸਪ ਘਟਨਾਵਾਂ ਹੋਣਗੀਆਂ, ਦੇਖਣ ਨੂੰ ਵਾਚ ਕਰਨ ਵਾਲੀਆਂ ਹੋਣਗੀਆਂ। ਸ਼ਾਮ ਵਾਲੇ ਸ਼ੋਅ ਦੇ ਵਿੱਚ ਇਸ ਵੇਲੇ ਅਸੀਂ ਸਰਬਜੀਤ ਪੰਧੇਰ ਜੀ ਨਾਲ ਗੱਲਬਾਤ ਕਰ ਰਹੇ ਹਾਂ। ਪੰਧੇਰ ਸਾਹਿਬ, ਹੁਣ ਕੇਂਦਰ ਸਰਕਾਰ ਨੇ ਐਲਾਨ ਕੀਤਾ ਕਿ 26 ਦਸੰਬਰ ਨੂੰ ਵੀਰ ਬਾਲ ਦਿਵਸ ਵਜੋਂ ਮਨਾਇਆ ਜਾਏਗਾ
ਐਸਜੀਪੀਸੀ ਇਸ ਨਾਮ ਦੇ ਨਾਲ ਨਾਖੁਸ਼ ਹੈ, ਇਹਨੂੰ ਲੈ ਕੇ ਬੜਾ ਵਿਵਾਦ ਛਿੜਿਆ ਹੋਇਆ। ਵਾਸੂ ਜੀ 26 ਦਸੰਬਰ ਨੂੰ ਦਾ ਜਿਹੜਾ ਦਿਨ ਸੀਗਾ, ਰਾਦਰ ਸੌਰੀ ਐਤਵਾਰ ਨੂੰ ਪਿਛਲੇ ਜਿਹੜਾ ਲੰਘਿਆ ਬੀਤੇ ਐਤਵਾਰ ਗੁਰੂ ਗੋਬਿੰਦ ਸਿੰਘ ਜੀ ਦੀ ਗੁਰਪੁਰਬ ਸੀ। ਉਸ ਦਿਨ ਪ੍ਰਧਾਨ ਮੰਤਰੀ ਮੋਦੀ ਨੇ ਸਾਰੇ ਦੇਸ਼ ਨੂੰ, ਖਾਸ ਤੌਰ ਤੇ ਸਿੱਖ ਸਮਾਜ ਨੂੰ, ਭਾਈਚਾਰੇ ਨੂੰ ਸੰਬੋਧਨ ਕਰਦੇ ਹੋਏ ਇਹ ਐਲਾਨ ਕੀਤਾ ਸੀ ਕਿ ਜਿਹੜਾ 26 ਦਸੰਬਰ ਹੈ ਜਿਸ ਨੂੰ ਵੀਰ ਬਾਲ ਦਿਵਸ ਵੱਲੋਂ ਮਨਾਇਆ ਜਾਵੇਗਾ। ਇਹਦੇ ਵਿੱਚ ਪਹਿਲੀ ਗੱਲ ਤਾਂ ਕਾਫੀ ਤੁਸੀਂ ਇਹ ਕਹਿ ਸਕਦੇ ਹੋ ਹੰਗਾਮਾ ਹੋਇਆ ਇਹਦੇ ਉੱਤੇ। ਇੱਕ ਲੈਵਲ ਦੇ ਉੱਤੇ ਸਿੱਖ ਜਥੇਬੰਦੀਆਂ ਨੂੰ ਇਹ ਮਨਜ਼ੂਰ ਨਹੀਂ ਹੈਗਾ ਕਈ ਲੈਵਲ ਦੇ ਉੱਪਰ, ਤੇ ਉਹਦੇ ਵਿੱਚ ਇਹ ਆ ਕਿ ਇਹ ਸਿੱਖ ਮਰਿਆਦਾ ਦੇ ਹਿਸਾਬ ਨਾਲ ਨਹੀਂ ਹੈ ਜੀ। ਜਿਹੜਾ ਸਭ ਤੋਂ ਜਿਹੜੀ ਇਹਦੇ 'ਚ ਖਾਸ ਗੱਲ ਹੈ ਉਹ ਇਹ ਹੈ ਕਿ ਜਿਹੜੀ ਐਸਜੀਪੀਸੀ ਔਰ ਅਕਾਲ ਤਖਤ ਆ, ਉਹਨਾਂ ਨੇ ਕਿਹਾ ਕਿ ਜਿਹੜੇ ਸਿੱਖ ਜਿਹੜੀ ਕਮਿਊਨਿਟੀ ਆ, ਕੌਮ ਹੈ, ਇਹਨਾਂ ਦੇ ਨਾਲ ਬਿਨਾਂ ਕਿਸੇ ਡਿਸਕਸ਼ਨ ਤੋਂ ਕੀਤਾ ਗਿਆ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਮੋਦੀ ਦੀ ਜਿਹੜੀ ਸਰਕਾਰ ਸੀ, ਉਹਨੇ ਕਿਸਾਨਾਂ ਦੇ ਜਿਹੜੇ ਕਿਸਾਨੀ ਬਿੱਲ ਸੀ ਉਹ ਵੀ ਲਿਆਂਦੇ ਸੀ ਬਿਨਾਂ ਕਿਸਾਨਾਂ ਦੇ ਨਾਲ ਕੋਈ ਡਿਸਕਸ਼ਨ ਕੀਤੇ। ਔਰ ਇਹ ਇੱਕ ਹੋਰ ਇਸ਼ੂ ਸਾਹਮਣੇ ਆ ਰਿਹਾ, ਔਰ ਉਹ ਇਹ ਕਹਿ ਰਹੇ ਨੇ ਕਿ ਜਿਹੜੇ ਸਾਹਿਬਜ਼ਾਦੇ ਸੀ ਉਹ ਕੋਈ ਸਿਰਫ ਉਹਨਾਂ ਨੂੰ ਸਿਰਫ ਬਾਲ ਦੀ ਤਰ੍ਹਾਂ ਤੁਸੀਂ ਜੇ ਦੇਖਣਾ ਹੈਗਾ ਨਹੀਂ ਦੇਖਿਆ ਜਾ ਸਕਦਾ। ਉਹ ਤੁਸੀਂ ਬਹੁਤ ਵੱਡੀਆਂ ਲਿਬਰੇਟਿਡ ਰੂਹਾਂ ਸਨ ਜਿਨ੍ਹਾਂ ਨੂੰ ਤੁਸੀਂ ਸਿਰਫ ਛੋਟਾ ਕਰਕੇ ਬਾਲ ਨਹੀਂ ਦਿਖਾ ਸਕਦੇ। ਪਰ ਇਹਦੇ ਵਿੱਚ ਜਿਹੜੇ ਜਥੇਦਾਰ ਅਕਾਲ ਤਖਤ ਨੇ ਉਹਨਾਂ ਨੇ ਇਹ ਕਿਹਾ, ਈਵਨ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਨੇ ਹਰਜਿੰਦਰ ਸਿੰਘ ਧਾਮੀ, ਉਹਨਾਂ ਨੇ ਕਿਹਾ ਅਸੀਂ ਸਪਿਰਿਟ ਨੂੰ ਤਾਂ ਅਸੀਂ ਮੰਨਦੇ ਆ ਕਿ ਸਾਹਿਬਜ਼ਾਦਿਆਂ ਦੀ ਤੇ ਮਾਤਾ ਗੁਜਰੀ ਜੀ ਦੀ ਜਿਹੜੀ ਸ਼ਹਾਦਤ ਆ ਉਹਨੂੰ ਸਨਮਾਨ ਮਿਲਿਆ ਪਰ ਜਾਂ ਰੈਕਗਨੀਸ਼ਨ ਮਿਲੀ ਹੈ, ਪਰ ਇਹ ਮਰਿਆਦਾ ਦੇ ਹਿਸਾਬ ਦੇ ਨਾਲ ਨਹੀਂ ਹੈ, ਸਿਧਾਂਤ ਦੇ ਹਿਸਾਬ ਨਾਲ ਨਹੀਂ ਹੈ, ਔਰ ਹਿਸਟਰੀ ਦੇ ਨਾਲ ਉਹ ਥੋੜਾ ਜਿਹਾ ਉਹਦੀ ਉਹ ਗੱਲਬਾਤ ਕਰ ਰਹੇ। ਤੇ ਨਾਲ ਦੀ ਨਾਲ ਜਿਹੜੇ ਕਈ ਹੋਰ ਜਥੇਬੰਦੀਆਂ ਨੇ ਵੀ ਇਹਨੂੰ ਕਿਹਾ ਵਾ, ਤੇ ਔਰ ਐਸਜੀਪੀਸੀ ਨੇ ਕਿਹਾ ਸੀ ਪ੍ਰਧਾਨ ਮੰਤਰੀ ਨੂੰ ਲਿਖਾਂਗੇ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜੀ ਦਮਦਮੀ ਟਕਸਾਲ ਉਹਦੇ ਜਿਹੜੇ ਮੁਖੀ ਨੇ ਹਰਨਾਮ ਸਿੰਘ ਧੁੰਮਾ, ਉਹਨਾਂ ਦੀ ਇੱਕ ਵੀਡੀਓ ਕੱਲ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋਈ, ਜਿਹਦੇ ਵਿੱਚ ਉਹ ਪ੍ਰਧਾਨ ਮੰਤਰੀ ਮੋਦੀ ਦਾ ਖੁੱਲ੍ਹ ਕੇ ਸਪੋਰਟ ਕਰ ਰਹੇ ਆ ਔਰ ਕਹਿ ਰਿਹਾ ਕਿ ਜੀ ਇਹੋ ਜਿਹਾ ਤਾਂ ਲਾਸਾਨੀ ਰਿਹਾ ਵੀ ਹੁਣ ਤੱਕ 1947 ਤੋਂ ਲੈ ਕੇ ਹੁਣ ਤੱਕ ਕੋਈ ਵੀ ਪ੍ਰਧਾਨ ਮੰਤਰੀ ਇਹਨੇ ਇਹ ਕਦੇ ਸੋਚਿਆ ਨਹੀਂ। ਅਸੀਂ ਸਿੱਖ ਪ੍ਰਧਾਨ ਮੰਤਰੀ ਵੀ ਬਣਾ ਕੇ ਦੇਖ ਲਿਆ ਤਾਂ ਵੀ ਨਹੀਂ ਕੋਈ ਗੱਲ ਬਣੀ। ਨਰਿੰਦਰ ਮੋਦੀ ਦੀ ਇਸ ਗੱਲ ਦੇ ਉੱਤੇ ਸ਼ਲਾਘਾ ਕਰਨੀ ਬਣਦੀ ਆ। ਸੋ ਇਹ ਸਾਰਾ ਜਿਹੜਾ ਵਿਵਾਦ ਹੈ ਇਸ ਨੇ ਵੀ ਸਿੱਖ ਭਾਈਚਾਰੇ ਨੂੰ ਜਾਂ ਸਿੱਖ ਕੌਮ ਨੂੰ ਦੋ ਹਿੱਸਿਆਂ 'ਚ ਵੰਡਤਾ ਕਿ ਕੀ ਜਿਹੜਾ ਹੈਗਾ ਵੀਰ ਬਾਲ ਦਿਵਸ ਜਿਹੜਾ ਹੈ ਉਹਨੂੰ ਐਕਸੈਪਟ ਕਰਨਾ ਚਾਹੀਦਾ ਐਜ਼ ਇਟ ਇਜ਼, ਜਾਂ ਸੈਂਟਰ ਸਰਕਾਰ ਨੂੰ ਕਿਸੇ ਹੋਰ ਤਰੀਕੇ ਦੇ ਨਾਲ ਇਹ ਅਨਾਉਂਸ ਕਰਨਾ ਸੀਗਾ। ਮੇਰੇ ਹਿਸਾਬ ਦੇ ਨਾਲ ਇਹ ਸੀਗਾ ਕਿ ਇਹ ਅਨਾਉਂਸਮੈਂਟ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਫਿਰੋਜ਼ਪੁਰ ਰੈਲੀ ਕਰਨੀ ਸੀ ਉੱਥੋਂ ਵੀ ਕਰਨਾ ਚਾਹੁੰਦੇ ਸੀ, ਔਰ ਇਹ ਵੀ ਸੀਗਾ ਕਿ ਦੋ ਜਿਹੜੇ ਹੈਗੇ ਨੈਸ਼ਨਲ ਲੈਵਲ ਤੇ ਅਵਾਰਡ ਜਿਹੜੇ ਹੈਗੇ ਉਹ ਸਾਹਿਬਜ਼ਾਦਿਆਂ ਦੇ ਨਾਂ ਦੇ ਉੱਤੇ ਉਹ ਕਰਨੀ ਚਾਹੁੰਦੇ ਆ। ਇੱਕ ਇਹਦੇ 'ਚ ਥੋੜੀ ਜਿਹੀ ਮੈਂ ਐਡੀਸ਼ਨ ਕਰਨੀ ਚਾਹੁੰਦਾ, ਜਿਹੜੇ ਅਪੋਜ਼ ਕਰ ਰਹੇ ਆ ਇਸ ਗੱਲ ਨੂੰ, ਉਹ ਕਹਿੰਦੇ ਜੀ 26 ਜਨਵਰੀ ਸ਼ਹਾਦਤ ਦਾ ਦਿਨ ਨਹੀਂ ਹੈ। ਜੇ ਤੁਸੀਂ ਆਪਣਾ ਕੈਲਕੂਲੇਟ ਕਰੋ, ਉਹ ਜਾਂ ਤਾਂ ਕਈ ਵਾਰੀ 27 ਦਸੰਬਰ ਨੂੰ ਪੈਂਦਾ ਜਾਂ 28 ਦਸੰਬਰ ਨੂੰ ਪੈਂਦਾ, 26 ਦਸੰਬਰ ਨੂੰ ਨਹੀਂ ਪੈਂਦਾ ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹਾਦਤ ਹੈ। ਸੋ ਇਹਦਾ ਜਿਹੜਾ ਪ੍ਰੈਸ਼ਰ ਸੀ ਨਰਿੰਦਰ ਮੋਦੀ ਦੇ ਉੱਤੇ ਕਾਫੀ ਦੇਰ ਤੋਂ, ਜਿਹੜੀਆਂ ਹਿੰਦੂ ਰਾਈਟ ਵਿੰਗ ਆਰਗੇਨਾਈਜੇਸ਼ਨਸ ਨੇ ਉਹ ਇਸ ਗੱਲ ਤੇ ਬੜੀਆਂ ਜਿਹੜੀ ਕ੍ਰਿਟੀਕਲ ਸੀ ਕਿ 14 ਨਵੰਬਰ ਨੂੰ ਜੋ ਪੰਡਿਤ ਜਵਾਹਰ ਲਾਲ ਨਹਿਰੂ ਪਹਿਲੇ ਪ੍ਰਧਾਨ ਮੰਤਰੀ ਦਾ ਜਨਮ ਦਿਨ ਹੈ, ਉਹਨੂੰ ਬਾਲ ਦਿਵਸ ਕਿਉਂ ਮਨਾਇਆ ਜਾਂਦਾ। ਨਰਿੰਦਰ ਮੋਦੀ ਨੇ ਉਸ ਦੇ ਨਾਲ ਛੇੜਛਾੜ ਤਾਂ ਨਹੀਂ ਕੀਤੀ, ਪਰ ਉਸ ਤੋਂ ਆਪਣੇ ਜਿਹੜੇ ਲੋਕ ਨੇ ਜਿਹੜੇ ਪ੍ਰੈਸ਼ਰ ਪਾ ਰਹੇ ਸੀ ਕਿ ਜਿਹੜਾ ਸਾਹਿਬਜ਼ਾਦਿਆਂ ਅਸਲੀ ਤਾਂ ਜਿਹੜੀ ਹੈਗੀ ਆ, ਅਗਰ ਕਿਸੇ ਨੇ ਆਨਰ ਕਰਨਾ ਚਿਲਡਰਨ ਵਾਸਤੇ ਕੋਈ ਗੱਲ ਕਰਨੀ ਹੈ ਤਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਰੈਕਗਨਾਈਜ਼ ਕਰਕੇ ਔਰ ਉਹਨਾਂ ਦੀ ਜਿਹੜੀ ਗਾਥਾ ਵਾ, ਛੋਟੀਆਂ ਜਿੰਦਾਂ ਵੱਡੇ ਸਾਕੇ ਦੀ ਜਿਹੜੀ ਗਾਥਾ ਵਾ, ਉਹ ਹਰ ਇੱਕ ਬੱਚੇ ਤੱਕ ਪਹੁੰਚਣੀ ਚਾਹੀਦੀ ਆ। ਉਹ ਪ੍ਰੈਸ਼ਰ ਸੀਗਾ ਇੱਕ ਪਾਸਿਓਂ। ਇਹਦੇ 'ਚ ਕੁਝ ਸਿੱਖ ਜਥੇਬੰਦੀਆਂ ਦਾ ਇਹ ਵੀ ਹੈ ਕਿ ਇਹ ਇੱਕ ਤਰੀਕਾ ਹੈ RSS ਦਾ ਜਾਂ ਜਿਹੜੀ ਹਿੰਦੂਤਵਾ ਫੋਰਸਿਸ ਦਾ, ਉਹ ਸਿੱਖ ਕੌਮ ਨੂੰ ਆਪਣੇ ਆਪ 'ਚ ਸਬਸਿਊਮ ਕਰਨ ਦਾ, ਉਹਨਾਂ ਦੀਆਂ ਟ੍ਰੈਡੀਸ਼ਨ ਨੂੰ ਆਪਣੇ ਆਪ 'ਚ ਓਨ ਕਰਨ ਦਾ। ਸੋ ਇਹ ਵਿਵਾਦ ਆਉਣ ਵਾਲੇ ਸਮੇਂ ਦੇ ਵਿੱਚ ਚੱਲੇਗਾ ਤੇ ਹੋਰ ਗੱਲਾਂ ਦੇ ਉੱਤੇ ਵੀ ਸਾਨੂੰ ਸਾਹਮਣੇ ਆਏਗਾ ਜੀ। ਤੁਸੀਂ ਹਿੰਦੂਤਵ ਫੋਰਸਿਸ ਬਾਰੇ ਗੱਲ ਕੀਤੀ ਹੈ। ਹਰਿਦੁਆਰ ਦੇ ਵਿੱਚ ਇੱਕ ਸੰਮੇਲਨ ਹੋਇਆ ਸੀ 17 ਤੋਂ 19 ਦਸੰਬਰ ਦਰਮਿਆਨ, ਜਿੱਥੇ ਬਹੁਤ ਸਾਰੇ ਹਿੰਦੂ ਆਗੂ ਇਕੱਠੇ ਹੋਏ ਸਨ
ਤੇ ਉਹਨਾਂ ਵੱਲੋਂ ਬੜੇ ਭੜਕੀਲੇ ਭਾਸ਼ਣ ਦਿੱਤੇ ਗਏ ਸੀ। ਉਹਨਾਂ ਨੇ ਮੁਸਲਮਾਨਾਂ ਦੇ ਖਿਲਾਫ ਹਥਿਆਰ ਚੁੱਕਣ ਦੀ ਗੱਲ ਕੀਤੀ ਸੀ। ਉਹ ਹੇਟ ਸਪੀਚ ਮਾਮਲਾ ਇਹਨੂੰ ਕਿਹਾ ਜਾਂਦਾ ਤੇ ਇਹਦੀ ਹੁਣ ਸੁਣਵਾਈ ਸੁਪਰੀਮ ਕੋਰਟ ਦੇ ਸਾਹਮਣੇ ਅੱਜ ਹੋਣੀ ਹੈ ਜੀ। ਹਾਂ, ਇਹ ਸੁਣਵਾਈ ਚੱਲ ਰਹੀ ਹੈ ਬੜੀ ਜਲਦੀ ਵਾਸੂ ਜੀ ਇਹਦੀਆਂ ਹੋ ਰਹੀਆਂ ਨੇ ਜੀ। ਇਹਨੂੰ ਧਰਮ ਸੰਸਦ ਕਿਹਾ ਗਿਆ ਸੀ ਜੀ। ਤੇ ਇਸ ਧਰਮ ਸੰਸਦ ਦੇ ਵਿੱਚ ਜਿਹੜਾ ਸੀ ਸਾਰੇ ਪਾਸੇ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਭਗਵਾ ਕੱਪੜੇ ਪਾ ਕੇ ਜਿਹੜੇ ਆਪਣੇ ਆਪ ਨੂੰ ਸਾਧੂ ਕਹਿ ਰਹੇ ਸੀਗੇ, ਉਹਨਾਂ ਨੇ ਇਹਦੇ ਵਿੱਚ ਉਹਨਾਂ ਦੀ ਜਿਹੜੀਆਂ ਸਪੀਚਸ ਸੀਗੀਆਂ ਜੀ, ਉਹਦੇ ਚ ਕਈਆਂ ਨੇ ਤਾਂ ਇਹ ਕਿਹਾ ਜੀ ਕਿ ਤੁਸੀਂ ਹਥਿਆਰ ਚੁੱਕ ਲਓ, ਔਰ ਇਹ ਕਿਹਾ ਵੀ ਆਪਣਾ ਮੋਬਾਈਲ ਫੋਨ ਮਹਿੰਗੇ ਨਾ ਰੱਖੋ, ਹਥਿਆਰ ਮਹਿੰਗਾ ਹੋਣਾ ਚਾਹੀਦਾ, ਮੋਬਾਈਲ ਫੋਨ ਤਾਂ ਸਸਤੇ ਤੋਂ ਸਸਤਾ ਲੈ ਲਓ, ਹਥਿਆਰ ਲੱਖਾਂ ਵਾਲਾ ਚਾਹੀਦਾ। ਔਰ ਇੱਥੇ ਤੱਕ ਇਹ ਕਿਹਾ ਜੀ ਕਿ ਸਫਾਈ ਕਰਨ ਦੀ ਲੋੜ ਹੈ, ਔਰ ਨਾਰਾ ਜਿਹੜਾ ਨਾਰਮਲੀ ਸਤਿਆਮੇਵ ਜਯਤੇ ਦਾ ਹੁੰਦਾ ਸੀ ਨਾਰਾ, ਉਹਨੂੰ ਸਸ਼ਸਤਰਮੇਵ ਜਯਤੇ ਦਾ ਨਾਰਾ ਲਾਇਆ, ਜੋ ਵਕੀਲ ਕਾਂਗਰਸ ਦੇ ਲੀਡਰ ਨੇ ਕਪਿਲ ਸਿੱਬਲ, ਉਹਨਾਂ ਨੇ ਸੁਪਰੀਮ ਕੋਰਟ ਦੇ ਸਾਹਮਣੇ ਇਹ ਕੱਲ ਰੱਖੀ ਸੀ। ਇਹ ਆਲਮੋਸਟ ਡੇ ਟੂ ਡੇ ਹੀਅਰਿੰਗ ਹੋ ਰਹੀ ਹੈ, ਔਰ ਚੀਫ ਜਸਟਿਸ ਜਿਹੜੇ ਹੈਗੇ NV ਰਮन्ना, ਜਸਟਿਸ ਸੂਰਿਆਕਾਂਤ ਔਰ ਹੀਮਾ ਕੋਹਲੀ, ਜਿਨ੍ਹਾਂ ਨੇ ਪੰਜਾਬ ਦਾ ਵੀ ਜਿਹੜੀ ਅਸੀਂ ਕੱਲ ਸਾਂਝੀ ਕੀਤੀ ਸੀ, ਉਹੀ ਬੈਂਚ ਜਿਹੜਾ ਹੈ ਉਸਨੇ ਇਹਨੂੰ ਸੁਣਿਆ। ਤੇ ਇਹਦੇ ਬਾਰੇ ਜਿਹੜੇ ਪਟੀਸ਼ਨਰ ਨੇ ਉਹਦੇ ਵਿੱਚ ਜਿਹੜੇ ਇੱਕ ਫਾਰਮਰ ਹਾਈ ਕੋਰਟ ਦੇ ਜਸਟਿਸ ਹੈ ਅੰਜਨਾ ਪ੍ਰਕਾਸ਼, ਇੱਕ ਔਰ ਇੱਕ ਜਰਨਲਿਸਟ ਕੁਰਬਾਨ ਅਲੀ, ਉਹਨਾਂ ਨੇ ਕਿਹਾ ਕਿ ਜੀ ਇਹਨਾਂ ਨੇ ਮੁਸਲਮਾਨਾਂ ਨੂੰ ਜਿਹੜਾ ਟਾਰਗੇਟ ਕੀਤਾ, ਔਰ ਮੁਸਲਮਾਨਾਂ ਦੇ ਬਾਰੇ ਜਿਸ ਨੂੰ ਕਲੈਂਜਿੰਗ, ਐਥਨਿਕ ਕਲੈਂਜਿੰਗ ਅਸੀਂ ਵੈਸਟਰਨ ਵਰਲਡ 'ਚ ਕਹਿੰਦੇ ਆ, ਔਰ ਸਫਾਇਆ ਕਰਨ ਦੀ ਗੱਲ, ਸਫਾਈ ਅਭਿਆਨ ਸ਼ੁਰੂ ਕਰਨ ਦੀ ਗੱਲ ਕੀਤੀ ਹੈ। ਔਰ ਉਹਦੇ ਵਿੱਚ ਜਿਹੜੇ ਪਟੀਸ਼ਨਰ ਨੇ ਉਹਨਾਂ ਨੇ ਕਿਹਾ ਇੱਕ ਸਿਰਫ FIR ਹੀ ਦਰਜ ਹੋਈ ਹੈ, ਇੰਨੇ ਦਿਨ ਲੰਘ ਗਏ ਨੇ ਤੇ ਹਾਲੇ ਤੱਕ ਕੋਈ ਅਰੈਸਟ ਨਹੀਂ ਹੋਈ। ਤੇ ਕਈ ਜਿਹੜੇ ਲੋਕਾਂ ਨੇ ਜਿਨ੍ਹਾਂ ਨੇ ਉਸ ਉੱਥੇ ਸਪੀਚਸ ਦਿੱਤੀਆਂ ਨੇ, ਉਹਨਾਂ ਚੋਂ ਕਈਆਂ ਦੇ ਨਾਲ ਮੀਡੀਆ ਨੇ ਬਾਅਦ ਚੋਂ ਗੱਲ ਕੀਤੀ ਆ, ਤੇ ਉਹਨਾਂ ਨੇ ਗੱਲ ਕੀਤੀ ਜੀ ਕਿ ਅਸੀਂ ਹਾਂਜੀ ਬਿਲਕੁਲ ਆਪਣੀ ਜਿਹੜੀਆਂ ਸਟੇਟਮੈਂਟਸ ਨੇ ਉਹਨਾਂ ਤੇ ਕਾਇਮ ਹੈ ਤੇ ਇਹ ਸਾਡਾ ਪ੍ਰੋਗਰਾਮ ਇੰਜ ਚੱਲੇਗਾ। ਔਰ ਉਹਨਾਂ ਨੇ ਇਹ ਕਿਹਾ ਕਿ ਉੱਥੇ ਕੋਈ ਇੱਕ ਪ੍ਰਬੋਧਾਨੰਦ ਗਿਰੀ ਹੈ, ਉਹਨਾਂ ਨੇ ਇਹ ਕਿਹਾ ਸੀ ਕਿ ਜਿਸ ਤਰ੍ਹਾਂ ਬਰਮਾ ਦੇ ਵਿੱਚ ਜਿਹਨੂੰ ਮਿਆਂਮਾਰ ਕਿਹਾ ਜਾਂਦਾ, ਉਹਨਾਂ ਦੀ ਪੁਲਿਸ, ਪੋਲੀਟੀਸ਼ੀਅਨ, ਆਰਮੀ, ਔਰ ਉਹਨਾਂ ਨੇ ਸਾਰਿਆਂ ਨੇ ਹਥਿਆਰ ਚੁੱਕ ਕੇ ਉੱਥੇ ਦੀ ਜਿਵੇਂ ਕਲੈਂਜਿੰਗ ਹੋਈ ਆ, ਉਵੇਂ ਭਾਰਤ ਦੇ ਵਿੱਚ ਵੀ ਕਲੈਂਜਿੰਗ ਕਰ ਦੇਣੀ ਚਾਹੀਦੀ ਹੈ। ਇਹਨਾਂ ਦਾ ਜਿਹੜਾ ਹੈਗਾ ਹੇਟ ਸਪੀਚਸ ਦਾ, ਜਿਹੜੇ ਵਾਈਸ ਪ੍ਰੈਜ਼ੀਡੈਂਟ ਹੈ ਵੈਂਕਈਆ ਨਾਇਡੂ, ਉਹਨਾਂ ਨੇ ਵੀ ਇਸ ਦੇ ਉੱਪਰ ਆਬਜੈਕਸ਼ਨ ਕੀਤਾ ਸੀ, ਪਰ ਹਾਲੇ ਤੱਕ ਪ੍ਰਧਾਨ ਮੰਤਰੀ ਮੋਦੀ, ਗ੍ਰਹਿ ਮੰਤਰੀ ਔਰ ਜਿਹੜੇ ਹੈਗੇ ਚੀਫ ਮਿਨਿਸਟਰ ਯੋਗੀ ਆਦਿੱਤਿਆਨਾਥ, ਉਹਨਾਂ ਕੋਲੋਂ ਕੋਈ ਕੰਸਟਰਕਟਿਵ ਜਾਂ ਕੋਈ ਡਿਸਾਈਸਿਵ ਸਟੇਟਮੈਂਟ ਜਾਂ ਐਕਸ਼ਨ ਹਾਲੇ ਤੱਕ ਨਜ਼ਰ ਨਹੀਂ ਆਇਆ। ਸਰਬਜੀਤ ਜੀ, ਹੁਣ ਪੰਜਾਬ ਦੇ ਵਿੱਚ ਇਲੈਕਸ਼ਨ ਕਮਿਸ਼ਨ ਨੇ ਕਹਿਤਾ ਕਿ ਕੋਈ ਰੈਲੀ ਨਹੀਂ ਹੋ ਸਕੇਗੀ ਕਿਸੇ ਵੀ ਸਟੇਟ ਦੇ ਵਿੱਚ ਜਿੱਥੇ ਇਲੈਕਸ਼ਨਸ ਹੈਗੇ ਨੇ, ਰੈਲੀਆਂ ਨਹੀਂ ਹੋਣਗੀਆਂ, ਸੋ ਆਨਲਾਈਨ ਸਾਰੀ ਕੈਂਪੇਨਿੰਗ ਕਰਨੀ ਪਏਗੀ। ਸੋ ਇਹ ਸਾਰੀਆਂ ਰੈਸਟ੍ਰਿਕਸ਼ਨਸ ਦੇ ਚੱਲਦੇ ਪੋਲੀਟੀਕਲ ਪਾਰਟੀਆਂ ਵੱਲੋਂ ਕਿਹੋ ਜਿਹੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਲੋਕਾਂ ਤੱਕ ਪਹੁੰਚ ਕਰਨ ਲਈ? ਵਾਸੂ ਜੀ, ਸਾਰਿਆਂ ਨੂੰ ਪਤਾ ਕਿ ਕਰੋਨਾ ਦਾ ਜਿਹੜੀ ਤੀਜੀ ਲਹਿਰ ਹੈ, ਸਪੈਸ਼ਲੀ ਓਮਿਕਰੋਨ ਵੇਰੀਐਂਟ ਤੋਂ ਬਾਅਦ ਉਹ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ। ਭਾਰਤ ਦੇ ਵਿੱਚ 1 ਲੱਖ ਦਾ ਜਿਹੜਾ ਮਰੀਜ਼ਾਂ ਦਾ ਸੀਗਾ ਨੰਬਰ, ਉਹ ਕ੍ਰਾਸ ਹੋ ਚੁੱਕਿਆ। ਕੱਲ ਪੰਜਾਬ ਦੇ ਵਿੱਚ ਵੀ ਕੋਈ 4,500 ਨਵੇਂ ਮਰੀਜ਼ ਆਏ ਨੇ, 9 ਲੋਕਾਂ ਦੀਆਂ ਮੌਤਾਂ ਵੀ ਹੋ ਗਈਆਂ। ਸੋ ਇਹਨੂੰ ਮੱਦੇਨਜ਼ਰ ਰੱਖਦੇ ਹੋਏ ਇਲੈਕਸ਼ਨ ਕਮਿਸ਼ਨ ਨੇ ਜਿਸ ਦਿਨ ਚੋਣ ਦੀਆਂ ਤਰੀਕਾਂ ਅਨਾਉਂਸ ਕੀਤੀਆਂ ਸੀ, ਉਸੇ ਦਿਨ ਇਹ ਵੀ ਕਹਿ ਦਿੱਤਾ ਸੀ ਕਿ ਅਸੀਂ ਜਿਹੜੀਆਂ ਫਿਜ਼ੀਕਲ ਰੈਲੀਜ਼ 15 ਜਨਵਰੀ ਤੱਕ ਨਹੀਂ ਹੋਣ ਦੇਣੀਆਂ। ਇਹ ਅਸੀਂ ਸਾਂਝਾ ਕਰ ਚੁੱਕੇ ਹਾਂ। ਕੋਈ ਰੈਲੀਜ਼ ਨਹੀਂ ਹੋਣਗੀਆਂ, ਕੋਈ ਰੋਡ ਸ਼ੋਅ ਨਹੀਂ ਹੋਣਗੇ, ਕੋਈ ਸਾਈਕਲ ਰੈਲੀ, ਕੋਈ ਮੋਟਰਸਾਈਕਲ ਰੈਲੀ, ਕੋਈ ਇਹੋ ਜਿਹੀਆਂ ਰੈਲੀਜ਼ ਕੁਛ ਨਹੀਂ ਹੋਣਗੀ। ਸੋ ਡੋਰ ਟੂ ਡੋਰ ਕੈਂਪੇਨ, ਉਹਦੇ ਉੱਤੇ ਵੀ ਸ਼ਰਤਾਂ ਨੇ, ਕਿੰਨੇ ਬੰਦੇ ਜਾ ਸਕਦੇ ਨੇ। ਸ਼ਾਇਦ 5 ਲੋਕਾਂ ਨੂੰ ਸਿਕਿਉਰਿਟੀ ਤੋਂ ਇਲਾਵਾ, ਕੈਂਡੀਡੇਟ ਔਰ ਸਿਕਿਉਰਿਟੀ ਤੋਂ ਇਲਾਵਾ 5 ਲੋਕੀ ਜਾ ਸਕਦੇ ਨੇ ਡੋਰ ਟੂ ਡੋਰ, ਔਰ ਉਹ ਵੀ ਕੋਈ ਫਿਜ਼ੀਕਲ ਕੰਟੈਕਟ ਨਹੀਂ ਕਰਨਗੇ, ਮਾਸਕ ਲਾ ਕੇ ਜਾਣਗੇ, ਔਰ ਸਾਰੀਆਂ ਗੱਲਾਂ ਨੇ। ਇਹਦੇ ਨਾਲ ਹੁਣ ਇੱਕ ਬੜੀ ਵੱਡੀ ਚੁਣੌਤੀ ਆ ਜਿਹੜੀਆਂ ਪਾਰਟੀਆਂ ਨੇ, ਔਰ ਜਿਹੜੀਆਂ ਮੈਨੂੰ ਸੂਚਨਾ ਮਿਲੀ ਆ, ਇਹ ਜਿਹੜੀਆਂ ਪਾਬੰਦੀਆਂ ਨੇ ਇਹ ਸ਼ਾਇਦ 30 ਜਨਵਰੀ ਤੱਕ ਐਕਸਟੈਂਡ ਹੋ ਜਾਣ, ਕਿਉਂਕਿ ਕੇਸਿਸ ਵਧ ਰਹੇ। ਬੇਸ਼ੱਕ ਦਿੱਲੀ ਦੇ ਵਿੱਚ, ਔਰ ਇਹ ਰਿਪੋਰਟਸ ਆਈਆਂ ਨੇ ਦਿੱਲੀ ਔਰ ਬੰਬੇ ਦੇ ਵਿੱਚ ਕੇਸਿਸ ਘਟਣੇ ਵਾਲੇ ਪਾਸੇ ਨੂੰ ਸ਼ੁਰੂ ਹੋਇਆ, ਪਰ ਇਟ ਇਜ਼ ਟੂ अर्ਲੀ ਟੂ ਪ੍ਰੈਡਿਕਟ, ਕਿਉਂਕਿ ਹਾਲੇ ਕੁਝ ਜਿਹੜੇ ਮਾਹਰ ਨੇ ਉਹ ਇਹ ਕਹਿੰਦੇ ਨੇ ਕਿ ਫਰਵਰੀ ਦੇ ਵਿੱਚ ਜਾ ਕੇ ਜਿਹੜਾ ਇਹ 3rd ਵੇਵ ਆ ਉਹਨੇ ਪੀਕ ਕਰਨਾ। ਸੋ ਜੇ ਫਰਵਰੀ 'ਚ ਪੀਕ ਕਰਨਾ ਤਾਂ ਇਹਦੇ ਵਾਸਤੇ ਬੜੀਆਂ ਦਿੱਕਤਾਂ ਨੇ। ਸੋ ਰਸਤਾ ਇਹ ਰਹਿ ਜਾਂਦਾ ਕਿ ਜਿਹੜੀ ਆਪਣਾ ਡਿਜੀਟਲ ਫਾਰਮ ਹੈ, ਜਿਹੜੀ ਤੁਸੀਂ ਇਲੈਕਟ੍ਰੋਨਿਕ ਫਾਰਮ ਹੈਗੀ ਆ,
ਲੋਕਾਂ ਦੇ ਮੋਬਾਈਲ ਦੇ ਥਰੂ ਤੁਸੀਂ ਕਰ ਸਕਦੇ ਹੋ। ਔਰ ਇਹਦੇ ਵਿੱਚ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੇ ਇਲੈਕਸ਼ਨ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਇਹਦਾ ਐਮਫੈਸਿਸ ਹੋਵੇ ਜਾਂ ਜ਼ੋਰ ਇਸ ਤੇ ਹੋਵੇ ਕਿ ਸੈਨੀਟਾਈਜੇਸ਼ਨ ਵਗੈਰਾ ਜਿਹੜੇ ਲੋਕੀ ਆਪਣਾ ਪ੍ਰੀਕਾਸ਼ਨਸ ਲੈਣ, ਪਰ ਰੈਲੀਜ਼ ਅਲਾਉ ਕਰਨੀਆਂ ਚਾਹੀਦੀਆਂ ਕਿਉਂਕਿ ਕਈ ਲੋਕਾਂ ਦੇ ਕੋਲੇ ਮੋਬਾਈਲ ਫੋਨ ਵੀ ਨਹੀਂ ਹੈ ਤੇ ਟੈਲੀਵਿਜ਼ਨ ਵੀ ਨਹੀਂ ਹੈ। ਸੋ ਪੰਜਾਬ ਦੇ ਵਿੱਚ ਤਾਂ ਮੈਨੂੰ ਨਹੀਂ ਲੱਗਦਾ ਕੋਈ ਇਹੋ ਜਿਹੀ ਕੋਈ ਗੱਲ ਹੋਣੀ ਹੈ। ਪਰ ਇਹਦੇ ਵਿੱਚ ਜਿਹੜੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਹੈ ਉਹ ਬੜੀ ਖੁਸ਼ ਹੈ, ਕਹਿੰਦੇ ਜੀ ਸਾਡਾ ਜਿਹੜਾ ਹੈਗਾ ਕੰਟੈਕਟ ਜਿਹੜਾ ਜਿਸ ਨੂੰ ਇਲੈਕਟ੍ਰੋਨਿਕ ਕੰਟੈਕਟ ਹੈ ਉਹ ਕਾਫੀ ਦੇਰ ਤੋਂ, ਕਿਉਂਕਿ ਉਹਨਾਂ ਦੀਆਂ ਟੀਮਾਂ ਨੇ ਅਸੀਂ ਪਹਿਲਾਂ ਵੀ ਦੇਖਦੇ ਹਾਂ ਕਿ ਉਹਨਾਂ ਦੀ ਪ੍ਰੈਜ਼ੈਂਸ ਜਿਹੜੀ ਹੈਗੀ ਆ ਇਹਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਆਮ ਆਦਮੀ ਪਾਰਟੀ ਦੀ ਕਾਫੀ ਤਕੜੀ ਹੈ। ਬੀਜੇਪੀ ਦੀ ਤਾਂ ਸਭ ਤੋਂ ਜ਼ਿਆਦਾ ਤਕੜੀ ਹੈ। ਸੋ ਦੂਸਰੀਆਂ ਪਾਰਟੀਆਂ ਨੂੰ ਜਾਂ ਸਪੈਸ਼ਲੀ ਜਿਸ ਤਰ੍ਹਾਂ ਹੁਣ ਸਾਡਾ ਸੰਯੁਕਤ ਸਮਾਜ ਮੋਰਚਾ ਹੈ ਉਹਦੀ ਇੱਕ ਲੈਵਲ ਦੇ ਉੱਤੇ ਵੋਲੰਟਰੀ ਲੈਵਲ ਤੇ ਸੀ, ਲੋਕਾਂ ਨੇ ਸਟਾਰਟ ਕੀਤਾ ਸੀ ਕਿ ਹੁਣ ਉਹ ਉਧਰਲੇ ਪਾਸੇ ਕੰਟਰੀਬਿਊਟ ਕਰੇਗਾ। ਇਹ ਬਹੁਤ ਵੱਡੀ ਚੁਣੌਤੀ ਹੈ ਕਿ ਲੋਕ ਆਪਣਾ ਜਿਹੜੀਆਂ ਪਾਰਟੀਆਂ ਨੇ ਜਾਂ ਜਿਹੜੇ ਇੰਡੀਪੈਂਡੈਂਟ ਕੈਂਡੀਡੇਟ ਖੜੇ ਹੋਣੇ ਔਰ ਉਹ ਕਿਵੇਂ ਲੋਕਾਂ ਜਿਹੜੇ ਆਪਣੇ ਵੋਟਰਸ ਤੱਕ ਪਹੁੰਚ ਕਰਨਗੇ। ਇਹ ਨਵੀਆਂ ਮੈਨੂੰ ਲੱਗਦਾ ਤਰਕੀਬਾਂ ਸਾਹਮਣੇ ਆਉਣਗੀਆਂ ਆਉਣ ਵਾਲੇ ਦਿਨਾਂ ਦੇ ਵਿੱਚ, ਔਰ ਜਿਹੜੇ ਲੋਕੀ ਵਾਇਲੇਟ ਕਰਨਗੇ ਉਹਨਾਂ ਦੇ ਖਿਲਾਫ ਸ਼ਿਕਾਇਤਾਂ ਵੀ ਹੋਣਗੀਆਂ। ਇਹਦੇ ਵਿੱਚ ਸ਼ਿਕਾਇਤਾਂ ਔਰ ਨਵੀਆਂ ਜਿਹੜੀ ਇਨੋਵੇਸ਼ਨ ਹੈ ਉਹ ਵੀ ਸਾਡੀ ਜਿਹੜੀ ਚੋਣ ਦੀ ਦਿਲਚਸਪੀ ਹੈ ਉਹਦੇ ਵਿੱਚ ਉਹ 'ਚ ਨਵੇਂ ਰੰਗ ਭਰੇਗੀ। ਹੁਣ ਇੱਕ ਗੱਲ ਇਹ ਵੀ ਚੱਲ ਰਹੀ ਸੀ ਕਿ ਇੱਕ ਰੈਲੀ ਕੀਤੀ ਗਈ ਹੈ ਕਿ ਜਿਹੜੇ ਸਿੱਖ ਪੋਲੀਟੀਕਲ ਪ੍ਰਿਜ਼ਨਰਸ ਨੇ ਜਿਨ੍ਹਾਂ ਨੂੰ ਬੰਦੀ ਸਿੰਘ ਵੀ ਕਿਹਾ ਜਾਂਦਾ ਹੈ, ਜਿਨ੍ਹਾਂ ਨੇ ਆਪਣੀ ਸਜ਼ਾ ਜਿਹੜੀ ਪੂਰੀ ਕਰ ਲਈ ਹੋਈ ਹੈ, ਜਿਨ੍ਹਾਂ ਨੇ ਆਪਣੀਆਂ ਪੋਲੀਟੀਕਲ ਜਿਹੜੀਆਂ ਪ੍ਰਿਜ਼ਨ ਟਰਮਸ ਪੂਰੀਆਂ ਕਰ ਲਈਆਂ, ਉਹਨਾਂ ਦੀ ਰਿਹਾਈ ਹੋਵੇ। ਉਹਨਾਂ ਇਸ ਗੱਲ ਤੇ ਜ਼ੋਰ ਪਾਉਣ ਲਈ ਇੱਕ ਰੈਲੀ ਕੀਤੀ ਗਈ ਸੀ ਤੇ ਹੁਣ ਸੁਣਨ 'ਚ ਆਇਆ ਵੀ ਪੰਜਾਬ ਦੇ ਗਵਰਨਰ ਪੁਰੋਹਿਤ ਸਾਹਿਬ ਨੇ ਇਹ ਵਾਅਦਾ ਕੀਤਾ ਕਿ ਜਿਹੜੇ ਬੰਦੀ ਸਿੰਘ ਆਪਣੀ ਸਜ਼ਾ ਪੂਰੀ ਕਰ ਚੁੱਕੇ ਨੇ ਉਹਨਾਂ ਨੂੰ ਰਿਹਾ ਕੀਤਾ ਜਾਏਗਾ। ਵਾਸੂ ਜੀ, ਕੱਲ ਗੁਰਦੁਆਰਾ ਜਿਹੜਾ ਹੈਗਾ ਜੀ ਆਪਣੇ ਫਤਿਹਗੜ੍ਹ ਸਾਹਿਬ ਜਿੱਥੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ, ਉੱਥੋਂ ਸਿੱਖ ਜਥੇਬੰਦੀਆਂ, ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਨਾਲ ਉਹਨਾਂ ਨੇ ਇਕੱਠੀ ਇੱਕ ਰੈਲੀ ਕੀਤੀ ਜੀ। ਉੱਥੋਂ ਉਹਨਾਂ ਨੇ ਅਰਦਾਸ ਕਰਕੇ ਉਹਨਾਂ ਨੇ ਕਿਹਾ ਸੀ ਅਸੀਂ ਚੰਡੀਗੜ੍ਹ ਜਾ ਕੇ ਸਰਕਾਰ ਨੂੰ ਇਸ ਗੱਲ ਦੇ ਉੱਤੇ ਕਰਾਉਣਾ ਕਿ ਬੜੀ ਦੇਰ ਤੋਂ ਸਿੱਖ ਜਿਹੜੀ ਕੌਮ ਹੈ ਉਹਦਾ ਇਹ ਮੰਗ ਹੈ ਔਰ ਕੇਂਦਰ ਦੀ ਸਰਕਾਰ ਇਸ ਦੇ ਉੱਤੇ ਕੋਈ ਵਿਚਾਰ ਨਹੀਂ ਕਰ ਰਹੀ ਕਿ ਜਿਹੜੇ ਸਿੱਖ ਨੌਜਵਾਨ ਕਿਸੇ ਟਾਈਮ ਦੇ ਉੱਤੇ ਜਿਹੜੇ ਸੀ ਮਿਲੀਟੈਂਸੀ ਦੇ ਵਿੱਚ ਇਨਵੋਲਵ ਸੀ, ਉਹਨਾਂ ਉੱਤੇ ਕੇਸਿਸ ਹੋਏ, ਉਹਨਾਂ ਨੂੰ ਜਿਹੜੇ ਭਾਰਤ ਦੇ ਕਾਨੂੰਨ ਦੇ ਹਿਸਾਬ ਨਾਲ ਸਜ਼ਾਵਾਂ ਮਿਲੀਆਂ ਔਰ ਉਹਨਾਂ ਨੇ ਸਜ਼ਾਵਾਂ ਭੁਗਤ ਲੀਆਂ ਤੇ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਇਹ ਸਾਰੇ ਦਾ ਸਾਰਾ ਪਿੱਛੇ ਜਿਹੜੇ ਸੀਗੇ ਬਾਪੂ ਸੂਰਤ ਸਿੰਘ ਉਹਨਾਂ ਵੱਲੋਂ ਵੀ ਅੰਦੋਲਨ ਕੀਤਾ ਗਿਆ ਔਰ ਉਹ ਰੈਲੀ ਨੂੰ ਜਦੋਂ ਚੰਡੀਗੜ੍ਹ ਪਹੁੰਚਣੀ ਸੀ ਉੱਥੇ ਨਹੀਂ ਉਹਨਾਂ ਨੂੰ ਅੱਗੇ ਜਾਣ ਦਿੱਤਾ ਗਿਆ, ਉੱਥੇ ਬੈਰੀਕੇਡ ਲਾ ਦਿੱਤੇ ਗਏ ਔਰ ਫਿਰ ਇਹ ਸੀਗਾ ਜੀ ਕਿ ਤੁਸੀਂ ਆਪਣਾ ਇੱਕ ਡੈਲੀਗੇਸ਼ਨ ਭੇਜੋ। ਡੈਲੀਗੇਸ਼ਨ ਦੇ ਵਿੱਚ ਜਿਹੜੇ ਸੀ ਦੀਪ ਸਿੱਧੂ, ਇੱਕ ਮੰਨੇ ਪਰਮੰਨੇ ਵਕੀਲ ਅਮਰ ਸਿੰਘ ਚਹਿਲ, ਜਿਹੜੇ ਬੇਅੰਤ ਸਿੰਘ ਹੱਤਿਆਕਾਂਡ ਦੇ ਵਿੱਚ ਸਜ਼ਾ ਭੁਗਤ ਲਏ ਔਰ ਚੱਬਾ ਸਰਬੱਤ ਖਾਲਸਾ 'ਚ ਅਪਾਇੰਟਡ ਜਥੇਦਾਰ ਅਕਾਲ ਤਖਤ ਜਗਤਾਰ ਸਿੰਘ ਹਵਾਰਾ ਦੇ ਪਿਤਾ ਜੀ ਔਰ ਹੋਰ ਕੁਝ ਜਿਹੜੇ ਸੀਗੇ ਸਿੱਖ ਜਿਹੜੇ ਜਥੇਬੰਦੀਆਂ ਦੇ ਮੋਤਬਰ ਸੀ ਉਹਨਾਂ ਨੂੰ ਭੇਜਿਆ ਗਿਆ ਔਰ ਉਹਨਾਂ ਦਾ ਇਲਜ਼ਾਮ ਸੀ ਉੱਥੇ ਵੀ ਜਾ ਕੇ ਰਾਜ ਭਵਨ ਦੇ ਬਾਹਰ ਵੀ ਜਾ ਕੇ ਉਹਨਾਂ ਦੀ ਬਹੁਤ ਫਜੀਹਤ ਹੋਈ। ਉਹਨਾਂ ਨੂੰ ਪਹਿਲਾਂ ਕਹਿੰਦੇ ਸੀ ਸਿਰਫ SDM ਹੀ ਜਿਹੜਾ ਹੈਗਾ ਤੁਸੀਂ ਮੈਮੋਰੈਂਡਮ ਦੇ ਦਿਓ, ਪਰ ਉਹਨਾਂ ਨੇ ਜਦੋਂ ਇਹਦੇ 'ਚ ਦਲੀਲ ਕੀਤੀ ਫਿਰ ਆਖਰ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਉਹਨਾਂ ਨੂੰ ਮਿਲੇ ਹੀ ਪਏ। ਮਿਲਣ ਦੇ ਉੱਤੇ ਜਦੋਂ ਗੱਲਬਾਤ ਹੋਈ ਤਾਂ ਉਹਨਾਂ ਦੀ ਗੱਲਬਾਤ ਸੁਣ ਕੇ ਬਨਵਾਰੀ ਲਾਲ ਪੁਰੋਹਿਤ ਉਹਨਾਂ ਦਾ ਸੀਗਾ ਜੀ ਕਿ ਮੈਂ ਆਪਣੀ ਪਾਵਰਸ ਵਰਤ ਕੇ ਜਿਹੜੇ UT 'ਚ ਜਿਹੜੇ ਲੋਕੀ ਨੇ ਔਰ ਹੋਰ ਨੇ ਉਹਨਾਂ 'ਚ 10 ਬੰਦੀ ਸਿੰਘ ਜਿਨ੍ਹਾਂ ਦੀਆਂ 25 ਸਾਲ ਤੋਂ ਉੱਪਰ ਸਜ਼ਾਵਾਂ ਹੋ ਚੁੱਕੀਆਂ ਨੇ ਉਹਨਾਂ ਦੇ ਰਿਲੀਜ਼ ਦੇ ਆਰਡਰ ਅਸੀਂ ਜਲਦੀ ਤੋਂ ਜਲਦੀ ਕਰ ਦਿਆਂਗੇ। ਤੇ ਉਹਨਾਂ ਨੇ ਕਿਹਾ ਮੈਨੂੰ ਹੋਰਾਂ ਦੀ ਲਿਸਟ ਵੀ ਭੇਜੋ ਜਿਨ੍ਹਾਂ ਦੇ 25 ਸਾਲ ਤੋਂ ਵੱਧ ਹੋ ਗਏ ਜਾਂ ਜਿਨ੍ਹਾਂ ਦਾ ਜਿਨ੍ਹਾਂ ਦੀਆਂ ਸਜ਼ਾਵਾਂ ਬਹੁਤ ਸਾਰੀਆਂ ਹੋ ਗਈਆਂ। ਤੇ ਕਮਾਲ ਦੀ ਗੱਲ ਤਾਂ ਇਹ ਹੈ ਕਿ ਜੀ ਅਸੀਂ ਪ੍ਰੋਟੈਸਟ ਕਰਨ ਤਾਂ ਚਲੇ ਜਾਂਦੇ ਹਾਂ, ਅਸੀਂ ਕਿਹਦੇ ਵਾਸਤੇ ਪ੍ਰੋਟੈਸਟ ਕਰਦੇ ਹਾਂ, ਸਾਡੇ ਕੋਲੇ ਉਹ ਲਿਸਟ ਨਹੀਂ ਸੀਗੀ ਇਹਨਾਂ ਜਥੇਬੰਦੀਆਂ ਦੇ ਕੋਲੇ ਔਰ ਉਹਨਾਂ ਨੇ ਇਹ ਕਿਹਾ ਕਿ ਅਸੀਂ ਗਵਰਨਰ ਪੁਰੋਹਿਤ ਨੂੰ ਇਹ ਲਿਸਟ ਮੁਹੱਈਆ ਕਰਵਾ ਦੇਵਾਂਗੇ। ਤੇ ਗਵਰਨਰ ਪੁਰੋਹਿਤ ਨੇ ਇਹ ਕਿਹਾ ਕਿ ਮੈਂ ਬਾਕੀ ਸੂਬੇ ਦੀਆਂ ਸਰਕਾਰਾਂ ਨੂੰ ਵੀ ਅਪੀਲ ਕਰੂੰਗਾ, ਲਿਖੂੰਗਾ ਕਿ ਉਹਨਾਂ ਦੀ ਛੇਤੀ ਤੋਂ ਛੇਤੀ ਰਿਹਾਈ ਹੋ ਜਾਣੀ ਚਾਹੀਦੀ ਹੈ। ਕਾਨੂੰਨ ਇਹ ਡਿਮਾਂਡ ਕਰਦਾ, ਕਨਸਟੀਟਿਊਸ਼ਨ 'ਚ ਇਹ
ਪ੍ਰੋਵਾਈਡਡ ਹੈ ਕਿ ਜਿਹੜੇ ਕਿਸੇ ਵੀ ਸਜ਼ਾ ਆਫਤਾ ਮੁਜਰਮ ਨੇ ਜਦੋਂ ਆਪਣੀ ਸਜ਼ਾ ਪੂਰੀ ਕਰ ਲਈ ਉਹਦੀ ਰਿਹਾਈ ਹੋ ਜਾਣੀ ਚਾਹੀਦੀ ਹੈ ਔਰ ਉਹਨੂੰ ਆਪਣੇ ਪਰਿਵਾਰ ਦੇ ਵਿੱਚ ਵਾਪਸ ਚਲੇ ਜਾਣ ਦੀ ਹੈਗੀ ਹੈ। ਇਹਦੇ ਨਾਲ ਇਹ ਕੱਲ ਦੇਰ ਰਾਤ ਕੋਈ 11 ਕੁ ਵਜੇ ਦੇ ਆਸ-ਪਾਸ ਦੀਆਂ ਘਟਨਾਵਾਂ ਨੇ ਜਦੋਂ ਉਹਨਾਂ ਨੇ ਆ ਕੇ ਫਿਰ ਗੱਲਾਂ ਕੀਤੀਆਂ, ਲੋਕਾਂ ਨੂੰ ਅਵਗਤ ਕੀਤਾ। ਅੱਜ ਸ਼ਾਇਦ ਇਹ ਸਿੱਖ ਜਥੇਬੰਦੀਆਂ ਕਿਸੇ ਯੋਗ ਜਗ੍ਹਾ ਦੇ ਉੱਤੇ ਜਿੱਥੇ ਉਹ ਮੁਨਾਸਬ ਸਮਝਣ ਸ਼ਾਇਦ ਪ੍ਰੈਸ ਕਾਨਫਰੰਸ ਕਰਕੇ ਹੋਰ ਡਿਟੇਲਸ ਵੀ ਦੇਣਗੇ। ਸਰ ਅਵਜੀਤ ਪੰਦੇਰ ਜੀ, ਇਹ ਸਾਰੀਆਂ ਖਬਰਾਂ ਸਾਡੇ ਨਾਲ ਸਾਂਝੀਆਂ ਕਰਨ ਲਈ ਬਹੁਤ ਬਹੁਤ ਧੰਨਵਾਦ। ਕੱਲ ਫਿਰ ਗੱਲਬਾਤ ਹੋਏਗੀ ਜੀ। ਸ਼ੁਕਰੀਆ ਵਾਸੂ।